ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਸਪੈਸ਼ਲ ਪ੍ਰੋਗਰਾਮ ਸਿਹਤ ਟੂਡੇ ਦੇ ਵਿੱਚ। ਅੱਜ ਦੇ ਸਾਡੇ ਸਪੈਸ਼ਲ ਗੈਸਟ ਨੇ ਡਾਕਟਰ ਰਾਹੁਲ ਮਹਾਜਨ, ਕੰਸਲਟੈਂਟ ਨਿਊਰੋਲੋਜਿਸਟ। ਸਤਿ ਸ਼੍ਰੀ ਅਕਾਲ ਸਰ, ਬਹੁਤ-ਬਹੁਤ ਸਵਾਗਤ ਤੁਹਾਡਾ ਸਾਡੇ ਸ਼ੋਅ ਦੇ ਵਿੱਚ। ਥੈਂਕ ਯੂ ਜੀ, ਥੈਂਕ ਯੂ ਫॉर ਗਿਵਿੰਗ ਮੀ ਦਿਸ ਓਪਰਚੁਨਿਟੀ ਕਿ ਮੈਂ ਇੱਥੇ ਆ ਕੇ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰ ਸਕਾਂ ਤੇ ਲੋਕਾਂ ਨੂੰ ਕੁਝ ਨਿਊਰੋਲੋਜੀਕਲ ਬਿਮਾਰੀਆਂ ਬਾਰੇ ਕੁਝ ਜੋ ਜਿੰਨੀ ਮੇਰੀ ਐਬਿਲਿਟੀ ਹੈ ਉਹਦੇ ਅਕੋਰਡਿੰਗਲੀ ਉਹਨਾਂ ਨੂੰ ਥੋੜਾ ਜਿਹਾ ਜਾਗਰੂਕ ਕਰ ਸਕਾਂ। ਸੋ ਸ਼ੁਰੂਆਤ ਕਰਦੇ ਹਾਂ ਸਰ, ਵਾਟ ਡਸ ਅ ਨਿਊਰੋਲੋਜਿਸਟ ਚੈੱਕ ਫॉर? ਨਿਊਰੋਲੋਜਿਸਟ ਇਹਨੂੰ ਅਸੀਂ ਆਮ ਭਾਸ਼ਾ ਵਿੱਚ ਦਿਮਾਗ ਤੇ ਨਸਾਂ ਦਾ ਡਾਕਟਰ ਕਹਿੰਦੇ ਆ। ਦਿਮਾਗ ਦੀ ਕੁਝ ਬਿਮਾਰੀਆਂ ਜਿਵੇਂ ਕਿ ਸਟ੍ਰੋਕ, ਜਿਹਨੂੰ ਅਸੀਂ ਪੰਜਾਬੀ ਵਿੱਚ ਅਧਰੰਗ ਜਾਂ ਲਕਵਾ ਜਾਂ ਪੈਰਾਲਿਸਿਸ ਬੜਾ ਕਾਮਨ ਟਰਮ ਯੂਜ਼ ਕਰਦੇ ਆ, ਇਸ ਨਾਲ ਅਸੀਂ ਬੀਇੰਗ ਅ ਨਿਊਰੋਲੋਜਿਸਟ ਡੀਲ ਕਰਦੇ ਆ। ਐਪੀਲੈਪਸੀ, ਜਿਹਨੂੰ ਆਮ ਭਾਸ਼ਾ ਜਾਂ ਪੰਜਾਬੀ ਵਿੱਚ ਮਿਰਗੀ ਦੇ ਦੌਰੇ ਕਿਹਾ ਜਾਂਦਾ ਹੈ, ਉਹਦੇ ਨਾਲ ਇੱਕ ਨਿਊਰੋਲੋਜਿਸਟ ਡੀਲ ਕਰਦਾ ਹੈ। ਜਾਂ ਫਿਰ ਮਾਈਗ੍ਰੇਨ, ਜੋ ਕਿ ਬਹੁਤ ਕਾਮਨ ਹੈ, ਆਲਮੋਸਟ 100 ਵਿੱਚੋਂ 15 ਜਾਂ 20 ਲੋਕਾਂ ਨੂੰ ਮਾਈਗ੍ਰੇਨ ਦੀ ਸ਼ਿਕਾਇਤ ਹੈ, ਜੋ ਕਿ ਕਿਸੇ ਕਾਰਨ ਆਪਣਾ ਟ੍ਰੀਟਮੈਂਟ ਨਹੀਂ ਕਰਾਉਂਦੇ ਜਾਂ ਇੱਕ ਮਿਥਕ ਵੀ ਹੈ ਕਿ ਇਹ ਲਾ ਇਲਾਜ ਬਿਮਾਰੀ ਹੈ ਤਾਂ ਚੱਲਦਾ ਹੀ ਰਹਿੰਦਾ, ਲੋਕੀ ਸਫਰ ਕਰਦੇ ਰਹਿੰਦੇ ਨੇ। ਬੀਇੰਗ ਅ ਨਿਊਰੋਲੋਜਿਸਟ ਅਸੀਂ ਇਹਨਾਂ 3 ਮੇਨ ਬਿਮਾਰੀਆਂ ਨਾਲ ਡੀਲ ਕਰਦੇ ਹਾਂ, ਜਿਨ੍ਹਾਂ ਦਾ ਟ੍ਰੀਟਮੈਂਟ ਅੱਜ ਦੇ ਜ਼ਮਾਨੇ ਵਿੱਚ, ਅੱਜ ਦੇ ਯੁੱਗ ਵਿੱਚ ਪੋਸੀਬਲ ਹੈ, ਬਟ ਲੋਕਾਂ ਵਿੱਚ ਇੰਨੀ ਅਵੇਅਰਨੈਸ ਨਹੀਂ ਹੈ ਕਿ ਉਹ ਪੁਰਾਣੇ ਹੀ ਮਿਥਕਾਂ ਨਾਲ ਚੱਲ ਰਹੇ ਨੇ ਕਿ ਇਹਨਾਂ 'ਚੋਂ ਕੋਈ ਵੀ ਬਿਮਾਰੀ ਦਾ ਹੱਲ ਹੈ ਨਹੀਂ। ਜੀ ਸਰ, ਇਹ ਤਾਂ ਕਾਮਨ ਨਿਊਰੋਲੋਜੀਕਲ ਡਿਸਆਰਡਰਸ ਨੇ, ਇਹ ਤੋਂ ਇਲਾਵਾ ਕੋਈ ਕ੍ਰੋਨਿਕ ਨਿਊਰੋਲੋਜੀਕਲ ਡਿਸਆਰਡਰਸ ਵੀ ਨੇ? ਇਸ ਤੋਂ ਇਲਾਵਾ ਕਈ ਵਾਰ ਅਸੀਂ ਦੇਖਦੇ ਹਾਂ ਜਿਵੇਂ ਹੱਥਾਂ ਪੈਰਾਂ ਦਾ ਸੌਣਾ, ਜਿਨ੍ਹਾਂ ਨੂੰ ਕਈ ਵਾਰ ਲੋਕ ਕਹਿੰਦੇ ਨੇ ਕੀੜੀਆਂ ਚੱਲਣੀਆਂ ਹੱਥਾਂ ਪੈਰਾਂ 'ਤੇ, ਸੁੰਨ ਹੋਣਾ। ਬੀਇੰਗ ਅ ਨਿਊਰੋਲੋਜਿਸਟ we deal with those people or patients also ਕਈ ਵਾਰੀ ਥੋੜਾ ਜਿਹਾ ਜਿਵੇਂ ਟਿਊਮਰਸ ਵਗੈਰਾ ਵਾਲੀ ਸਿਰ ਦਰਦ ਹੈ, ਉਹਨਾਂ ਨਾਲ ਵੀ ਡੀਲ ਕਰਦੇ ਹਾਂ, ਜਿਨ੍ਹਾਂ ਦਾ ਇਲਾਜ ਦਵਾਈਆਂ ਨਾਲ ਜਾਂ ਫਿਰ ਕੁਝ ਆਪਰੇਸ਼ਨ ਨਾਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕਈ ਵਾਰ ਨੀਂਦ ਦੇ ਰਿਲੇਟਿਡ ਡਿਸਆਰਡਰਸ ਨੇ ਜਿਹੜੇ, ਉਹ ਵੀ ਬੀਇੰਗ ਅ ਨਿਊਰੋਲੋਜਿਸਟ ਸਾਡੇ ਜੂਰਿਸਡਿਕਸ਼ਨ 'ਚ ਆਉਂਦੇ ਨੇ, ਜਿਨ੍ਹਾਂ ਨਾਲ ਅਸੀਂ ਡੀਲ ਕਰਦੇ ਹਾਂ। ਸੋ ਵਾਟ ਆਰ ਦ ਕਾਮਨ ਕਾਜ਼ਸ ਫॉर व्हाट? For let's take epilepsy, start from epilepsy. ਐਪੀਲੈਪਸੀ ਜਿਹਨੂੰ ਆਮ ਭਾਸ਼ਾ 'ਚ ਮਿਰਗੀ ਕਹਿੰਦੇ ਆ। ਕੁਝ ਲੋਕਾਂ ਵਿੱਚ ਜੋ ਐਪੀਲੈਪਸੀ ਹੈ, ਕੁਝ ਪਰਿਵਾਰਾਂ ਵਿੱਚ ਚੱਲਦੀ ਹੈ, ਜਿਨ੍ਹਾਂ ਨੂੰ ਹੈਰੀਡਿਟਰੀ, ਵੈਰੀ ਕਾਮਨ ਕਾਜ਼ ਕਿ ਕੁਝ ਪਰਿਵਾਰ ਜਿਵੇਂ ਕਿਸੇ ਮਾਂ-ਬਾਪ ਨੂੰ ਦੌਰਿਆਂ ਦੀ ਸ਼ਿਕਾਇਤ ਸੀ ਤੇ ਬੱਚਿਆਂ ਨੂੰ ਅੱਗੇ ਦੌਰਿਆਂ ਦੀ ਸ਼ਿਕਾਇਤ ਹੋ ਜਾਂਦੀ ਹੈ, ਤਾਂ ਹੈਰੀਡਿਟਰੀ ਇਜ਼ ਵਨ ਆਫ ਦ ਕਾਮਨੈਸਟ ਕਾਜ਼ ਆਫ ਐਪੀਲੈਪਸੀ। ਦੂਸਰਾ, ਕਈ ਵਾਰੀ ਜਨਮ ਦੇ ਟਾਈਮ ਤੇ ਕੋਈ ਬੱਚਾ ਜਦੋਂ ਡਿਲੀਵਰੀ ਹੋ ਰਿਹਾ ਹੁੰਦਾ ਹੈ, ਉਸ ਟਾਈਮ ਤੇ ਕੋਈ ਕੰਪਲਿਕੇਸ਼ਨ ਹੋ ਜਾਏ, ਕਿਸੇ ਕਾਰਨ ਦਿਮਾਗ ਨੂੰ ਆਕਸੀਜਨ ਪੂਰੀ ਨਾ ਮਿਲ ਪਾਏ, ਉਹਨਾਂ ਕੇਸਿਸ ਵਿੱਚ ਮਿਰਗੀ ਜਾਂ ਐਪੀਲੈਪਸੀ ਦੀ ਸ਼ਿਕਾਇਤ ਹੋ ਜਾਂਦੀ ਹੈ। ਕੁਝ ਹੋਰ ਕਾਰਨ ਜਿਵੇਂ ਬ੍ਰੇਨ ਟਿਊਮਰ ਜੇ ਕਿਸੇ ਡਿਵੈਲਪ ਹੋ ਜਾਏ, ਉਹ ਵੀ ਦੌਰਿਆਂ ਨਾਲ ਜਾਂ ਮਿਰਗੀ ਦੇ ਦੌਰਿਆਂ ਨਾਲ ਪ੍ਰੈਜ਼ੈਂਟ ਕਰ ਸਕਦਾ ਹੈ। ਬੜਾ ਕਾਮਨਲੀ ਇੱਕ ਸੁਣਦੇ ਕੀੜਾ, ਦਿਮਾਗ ਵਿੱਚ ਕੀੜਾ, ਜੋ ਬੰਦ ਗੋਭੀ ਦਾ ਇੱਕ ਬੜਾ ਮਿਥਕ ਹੈ ਕਿ ਬੰਦ ਗੋਭੀ ਨਾਲ ਹੋ ਜਾਂਦਾ ਹੈ। ਉਹ ਸਿਰਫ ਬੰਦ ਗੋਭੀ ਨਾਲ ਨਹੀਂ, ਕਿਸੇ ਵੀ ਬਿਨਾਂ ਧੋਤੀ ਹੋਈ ਸਬਜ਼ੀਆਂ ਖਾਣ ਨਾਲ, ਕਿਉਂਕਿ ਉਹ ਮਿੱਟੀ ਵਿੱਚੋਂ ਆਉਂਦਾ ਹੈ। ਤੇ ਜੋ ਤੁਸੀਂ ਕੋਈ ਵੀ ਸਬਜ਼ੀ ਬਿਨਾਂ ਧੋਤੇ ਖਾਂਦੇ ਹੋ, ਤਾਂ ਚਾਂਸ ਹੈ ਕਿ ਉਹ ਕੀੜੇ ਦੇ ਜਿਹੜੇ ਕਣ ਨੇ ਉਹ ਤੁਹਾਡੇ ਸਰੀਰ 'ਚ ਜਾ ਕੇ, ਤੁਹਾਡੇ ਦਿਮਾਗ 'ਚ ਜਾ ਕੇ ਤੁਹਾਨੂੰ ਮਿਰਗੀ ਦੇ ਦੌਰਿਆਂ ਦੀ ਸ਼ਿਕਾਇਤ ਦੇ ਸਕਦੇ ਨੇ। ਕਿਸੇ ਵੇਲੇ ਟਰਾਮਾ, ਕੋਈ ਸਿਰ 'ਤੇ ਸੱਟ ਲੱਗੇ ਜਿਹਦੇ ਨਾਲ ਖੂਨ ਦਾ ਰਿਸਾਵ ਹੋ ਜਾਏ ਬ੍ਰੇਨ ਵਿੱਚ, ਇਹ ਵੀ ਇੱਕ ਕਾਮਨ ਕਾਰਨ ਹੈ ਐਪੀਲੈਪਸੀ ਜਾਂ ਮਿਰਗੀ ਵਾਸਤੇ। ਤਾਂ ਹੈਰੀਡਿਟਰੀ, ਟਰਾਮਾ, ਦਿਮਾਗ ਵਿੱਚ ਗੱਠ ਹੋਣਾ, ਚਾਹੇ ਉਹ ਕੀੜੇ ਦੀ ਹੋ ਜਾਏ ਜਾਂ TB ਦੀ ਹੋ ਜਾਏ, ਜਾਂ ਕੋਈ ਜਨਮ ਦੇ ਟਾਈਮ ਤੇ ਕੋਈ ਡੈਮੇਜ ਹੋਇਆ ਹੋਏ, ਕੋਈ ਕੰਪਲਿਕੇਸ਼ਨ ਹੋਇਆ ਹੋਏ ਡਿਲੀਵਰੀ ਦੇ ਟਾਈਮ ਤੇ। ਸਿੰਪਟਮਸ ਕੀ ਨੇ ਸਰ ਇਹਦੇ? ਮਿਰਗੀ ਵਿੱਚ ਜਿਵੇਂ ਅਸੀਂ ਫਿਲਮਾਂ ਵਿੱਚ ਦੇਖਿਆ ਕਿ ਮਰੀਜ਼ ਇੱਕਦਮ ਅਕੜ ਜਾਂਦਾ ਹੈ, ਅੱਖਾਂ ਉੱਪਰ ਚੜ ਜਾਂਦੀਆਂ ਨੇ, 1-1.5 ਮਿੰਟ ਉਹਦੇ ਸਰੀਰ ਦੀ ਮੂਵਮੈਂਟ ਹੁੰਦੀ ਰਹਿੰਦੀ ਹੈ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਜਾਂਦਾ ਹੈ 5 ਤੋਂ 10 ਮਿੰਟ ਲਈ। ਉਸ ਤੋਂ ਬਾਅਦ ਜਦੋਂ ਹੋਸ਼ 'ਚ ਵੀ ਆਉਂਦਾ ਤਾਂ ਉਹ ਆਪਣੀ ਫੁੱਲ ਸੈਂਸਿਸ ਵਿੱਚ ਨਹੀਂ ਰਹਿੰਦਾ। ਹੀ ਮਾਈਟ ਟੇਕ ਅਰਾਊਂਡ hour to 24 hours to be normalized after a single fit. ਉਸ ਦੌਰਾਨ ਅਸੀਂ, ਸਾਡਾ ਇੱਕ ਹੀ ਪਰਪਸ ਹੈ, ਜਿਵੇਂ ਸਾਨੂੰ ਫਿਲਮਾਂ ਵਿੱਚ ਦਿਖਾਇਆ ਗਿਆ ਕਿ ਮੂੰਹ 'ਚ ਚਮਚ ਪਾਣਾ ਜਾਂ ਕੁਝ ਜ਼ੁਰਾਬ ਸੁੰਘਾਣਾ, ਠੀਕ ਹੈ, ਥੀਸ ਆਰ ਆਲ ਹੈ ਨਾ ਵੇਸਟਫੁਲ ਥਿੰਗਸ। ਦੈਟ ਤੁਹਾਡਾ ਇੱਕ ਹੈ ਕਿ ਪੇਸ਼ੈਂਟ ਨੂੰ ਇੱਕ ਸੇਫ ਜਗ੍ਹਾ 'ਤੇ ਲੈ ਜਾਓ, ਉਹਨੂੰ ਇੱਕ ਪਾਸੇ ਲੇਟਾ ਦਿਓ, ਉਹਦੇ ਮੂੰਹ 'ਚ ਕੁਝ ਪਾਉਣ ਦੀ ਕੋਸ਼ਿਸ਼ ਨਾ ਕਰੋ, ਠੀਕ ਹੈ, ਅਦਰਵਾਈਜ਼ ਯੂ ਵਿਲ ਡੈਮੇਜ, ਠੀਕ ਹੈ, ਕੋਈ ਮੂੰਹ 'ਚ ਕਰਦੇ ਤੁਸੀਂ ਆਪਣਾ ਵੀ ਨੁਕਸਾਨ ਕਰੋਗੇ ਤੇ ਮਰੀਜ਼ ਦਾ ਵੀ। ਜਸਟ ਹਵਾਦਾਰ ਖੁੱਲੀ ਸੇਫ ਜਗ੍ਹਾ 'ਤੇ ਮਰੀਜ਼ ਨੂੰ ਲੈ ਜਾਓ, ਐਂਬੂਲੈਂਸ ਨੂੰ ਕਾਲ ਕਰੋ, ਜਿੰਨਾ ਜਲਦੀ ਹੋ ਸਕੇ ਉਹਨੂੰ ਹਸਪੀਟਲ ਪਹੁੰਚਾਉਣ ਦੀ ਕੋਸ਼ਿਸ਼ ਕਰੋ।
ਕੋਈ ਇਮੋਸ਼ਨਲ ਸਿੰਪਟਮਸ ਵੀ ਨੇ ਸਰ? ਇਮੋਸ਼ਨਲ ਸਿੰਪਟਮਸ ਯੂਜੂਅਲੀ ਮਿਰਗੀ ਵਿੱਚ ਦੇਖਿਆ ਗਿਆ ਹੈ ਕਿ ਜਿਹੜੇ ਲੋਕ ਮਿਰਗੀ ਤੋਂ ਗ੍ਰਸਤ ਨੇ, ਕਿਉਂਕਿ ਇਟ ਇਜ਼ ਅ ਸੋਸ਼ਲ ਟੈਬੂ ਜੀ, ਇੱਕ ਸਟਿਗਮਾ ਐਸੋਸੀਏਟਡ ਹੈ ਮਿਰਗੀ ਨਾਲ ਕਿ ਇਹਨੂੰ ਤਾਂ ਮਿਰਗੀ ਦਾ ਇਹਨੂੰ ਮਿਰਗੀ ਦਾ ਦੌਰਾ ਪੈਂਦਾ ਹੈ, ਇਟ ਇਜ਼ ਸਬ ਪਾਰ, ਸ਼ੀ ਇਜ਼ ਨਾਟ ਔਰ ਹੀ ਇਜ਼ ਨਾਟ ਫਿਟ ਟੂ ਬੀ ਇਨ ਅ ਸੋਸਾਇਟੀ, ਜਿਵੇਂ ਨਾਰਮਲ ਲੋਕਾਂ ਵਿੱਚ ਰਹਿਣ ਨਾਲ ਉਹ ਇੱਕ ਇੰਪੈਕਟ ਲੈਂਦਾ ਮਿਰਗੀ ਦੇ ਮਰੀਜ਼ਾਂ ਤੇ, ਠੀਕ ਹੈ, ਜਿਹਦੇ ਕਰਕੇ ਉਹ ਸਮਾਜ ਤੋਂ ਥੋੜਾ ਜਿਹਾ ਦੂਰ ਰਹਿਣਾ, ਕੁਝ ਲੋਕ ਡਿਪਰੈਸ਼ਨ ਵਿੱਚ ਆ ਜਾਂਦੇ ਨੇ। ਇਟ ਇਜ਼ ਵੈਰੀ ਫ੍ਰੀਕੁਐਂਟਲੀ ਫਾਊਂਡ ਕਿ ਜਿਹੜੇ ਮਿਰਗੀ ਦੇ ਮਰੀਜ਼ ਨੇ ਉਹਨਾਂ ਵਿੱਚ ਡਿਪਰੈਸ਼ਨ, ਸਟ੍ਰੈਸ, ਐਂਗਜ਼ਾਇਟੀ ਥੀਸ ਆਰ ਕਾਮਨਲੀ ਫਾਊਂਡ, ਤੇ ਕਈ ਵਾਰੀ ਸਾਨੂੰ ਮਿਰਗੀ ਦੇ ਨਾਲ ਨਾਲ ਇਹਨਾਂ ਚੀਜ਼ਾਂ ਨੂੰ ਵੀ ਟਰੀਟ ਕਰਨਾ ਪੈਂਦਾ ਹੈ, ਪਰ ਇਟ ਇਜ਼ ਮੋਰ ਰਿਲੇਟਡ ਟੂ ਅ ਸਟਿਗਮਾ ਐਸੋਸੀਏਟਡ ਵਿਦ ਦਾ ਐਪੀਲੈਪਸੀ ਸੋਸਾਇਟੀ। ਇਹਨੂੰ ਮਿਰਗੀ ਦਾ ਦੌਰਾ ਜਿਹੜਾ ਵਿਆਹ ਕਿਵੇਂ ਹੋਊਗਾ, ਥੀਸ ਆਰ ਦਾ ਥਿੰਗਸ, ਠੀਕ ਹੈ, ਬਟ ਇਟ ਇਜ਼ ਅ ਟ੍ਰੀਟੇਬਲ ਥਿੰਗ। 100 ਵਿੱਚੋਂ 70 ਮਰੀਜ਼ਾਂ ਨੂੰ ਜਿਹੜੇ ਮਿਰਗੀ ਤੋਂ ਗ੍ਰਸਤ ਨੇ 2 ਸਾਲ ਜਾਂ 3 ਸਾਲ ਦੀ ਦਵਾਈ ਦਾ ਕੋਰਸ ਕਰਨ ਤੇ ਕੰਪਲੀਟਲੀ ਠੀਕ ਹੋ ਜਾਂਦੇ ਨੇ, ਦੁਬਾਰਾ ਸ਼ਾਇਦ ਜ਼ਿੰਦਗੀ 'ਚ ਉਹਨਾਂ ਨੂੰ ਦੌਰਾ ਨਾ ਹੋ, ਬਟ ਕਿਉਂਕਿ गाइडेंस नहीं है, अवेयरनेस नहीं है, people keep on suffering, ठीक है, and they are not able to get the proper treatment। कुछ लोग दवाई लेंदे ने, कहंदे 10 दिन दवाई खाई, 15 दिन दवाई खाई। मिर्गी दी दवाई it has to be a course ਜਿਹੜਾ 2 ਤੋਂ 3 ਸਾਲਾਂ ਵਿੱਚ ਕੰਪਲੀਟ ਹੁੰਦਾ ਹੈ। ਜੇ ਤੁਸੀਂ ਉਸ ਤੋਂ ਪਹਿਲਾਂ ਦਵਾਈ ਛੱਡੋਗੇ ਤਾਂ there are chances ਕਿ ਮਿਰਗੀ ਦੇ ਦੌਰੇ ਦੁਬਾਰਾ ਹੋਣੇ ਸ਼ੁਰੂ ਹੋ ਜਾਣਗੇ। ਜੀ ਸਰ ਇਸ ਤੋਂ ਇਲਾਵਾ ਸਟ੍ਰੋਕ ਦੀ ਗੱਲ ਕਰਦੇ ਹਾਂ ਜੀ। Stroke, being a neurologist, we are putting very high stress on stroke awareness। ਉਹਦਾ ਕਾਰਨ ਹੈ ਸਟ੍ਰੋਕ, ਜਿਹਨੂੰ ਅਸੀਂ ਅਧਰੰਗ ਜਾਂ ਲਕਵਾ ਕਹਿੰਦੇ ਆ, ਪੈਰਾਲਿਸਿਸ ਕਹਿੰਦੇ ਆ, ਸਭ ਨੂੰ ਪਤਾ ਹੈ ਅਧਰੰਗ, ਲਕਵਾ, ਪੈਰਾਲਿਸਿਸ। ਫਿਰ ਇਹੀ ਮਿਥਕ ਹੈ ਕਿ ਇਟ ਇਜ਼ ਨਾਟ ਟ੍ਰੀਟੇਬਲ, ਜਿਹੜਾ ਇੱਕ ਵਾਰੀ ਹੋ ਗਿਆ ਉਹ ਬੈੱਡ ਤਾਂ ਪੈ ਗਿਆ, ਉਹਨੂੰ ਟ੍ਰੀਟ ਨਹੀਂ ਕੀਤਾ ਜਾ ਸਕਦਾ, ਪਰ ਇੱਦਾਂ ਨਹੀਂ ਹੈ। ਸਟ੍ਰੋਕ ਜਾਂ ਅਧਰੰਗ ਜਿਹਨੂੰ ਵੀ ਹੋ ਗਿਆ, ਉਹਦਾ ਇੱਕ ਸਰਟਨ ਟਾਈਮ ਪੀਰੀਅਡ ਹੈ ਉਹਨੂੰ ਟ੍ਰੀਟ ਕਰਨ ਦਾ, ਜੋ ਕਿ ਦਵਾਈ ਨਾਲ 4.5 ਘੰਟੇ ਦੇ ਅੰਦਰ ਅੰਦਰ ਜੇ ਤੁਸੀਂ ਹਸਪੀਟਲ ਪਹੁੰਚ ਜਾਂਦੇ ਹੋ ਤਾਂ ਉਹਨੂੰ ਫੁੱਲੀ ਰਿਕਵਰ ਕੀਤਾ ਜਾ ਸਕਦਾ ਹੈ, ਤੇ ਜਿਹੜਾ ਪੇਸ਼ੈਂਟ ਬੈੱਡ ਤੱਕ ਚਿਪਕ ਜਾਣਾ ਸੀਗਾ ਉਹ ਆਪਣੀ ਫੁੱਲੀ ਨਾਰਮਲ ਲਾਈਫ ਅੱਗੇ ਲੀਡ ਕਰ ਸਕਦਾ ਹੈ। ਬਟ ਕਿਉਂਕਿ ਅਵੇਅਰਨੈਸ ਨਹੀਂ ਹੈ, ਲੋਕ ਪਹਿਲਾਂ 4 ਜਗ੍ਹਾਵਾਂ ਤੋਂ ਹੋ ਕੇ ਸਾਡੇ ਕੋਲ ਪਹੁੰਚਦੇ ਨੇ, ਯੂਜੂਅਲੀ ਉਹ 4.5 ਘੰਟੇ ਦਾ ਜਿਹੜਾ 골ਡਨ ਪੀਰੀਅਡ ਹੈ ਦੈਟ ਇਜ਼ ਯੂਜੂਅਲੀ ਲੋਸਟ। ਅਸੀਂ ਬੜਾ ਕਾਮਨਲੀ ਦੇਖਿਆ ਕਿ ਇੱਕ ਜੀ ਕੋਈ ਦੇਰ ਆਰ ਸਰਟਨ ਸੈਂਟਰਸ, ਕੁਐਕ ਸੈਂਟਰਸ, ਲੋਕੀ ਉੱਥੇ ਮਰੀਜ਼ ਲੈ ਕੇ ਜਾਣਾ ਪ੍ਰੈਫਰ ਕਰਦੇ ਨੇ ਰਾਦਰ ਦੈਨ ਹਸਪੀਟਲ ਫਰਸਟ। ਪਹਿਲਾਂ ਉੱਥੇ ਲੈ ਜਾ ਕੇ ਟੀਕਾ ਲਗਵਾਇਆ ਜੀ, ਨਹੀਂ ਰਿਕਵਰ ਹੋਇਆ, ਦੈਨ ਦੇ ਕਮ ਟੂ ਅਸ, ਬਟ ਇਨ ਦੈਟ ਪ੍ਰੋਸੈਸ ਉਹ 4.5 ਘੰਟੇ ਦੇ ਜਿਹੜੀ 골ਡਨ ਪੀਰੀਅਡ ਦੀ ਗੱਲ ਕਰ ਰਹੇ ਹਾਂ ਅਸੀਂ, ਦੈਟ ਇਜ਼ ਯੂਜੂਅਲੀ ਲੋਸਟ। ਉਹ ਜਿਹੜਾ ਕ੍ਰਿਟੀਕਲ ਸਟਿਪੂਲੇਟਡ ਟਾਈਮ ਹੈ 4.5 ਘੰਟੇ ਦਾ, ਜਿਵੇਂ ਤੁਸੀਂ ਕਿਹਾ 골ਡਨ ਪੀਰੀਅਡ, ਉਸ 'ਚ ਕੀ ਕਰਨ ਦੀ ਲੋੜ ਹੈ? ਉਹਦੇ ਵਿੱਚ ਦੇਖੋ ਇੱਦਾਂ ਸਟ੍ਰੋਕ, ਮੈਂ ਥੋੜਾ ਜਿਹਾ ਪਹਿਲਾਂ ਸਟ੍ਰੋਕ ਬਾਰੇ ਦੱਸ ਦਿਆਂ ਕਿ ਸਟ੍ਰੋਕ ਹੁੰਦਾ ਕੀ ਹੈ। ਜਿਵੇਂ ਅਸੀਂ ਗੱਲ ਕੀਤੀ ਅਧਰੰਗ ਲਕਵਾ, ਇੱਕ ਪਾਸਾ ਰੁਕ ਜਾਣਾ, ਅਚਾਨਕ ਨਾਲ ਮਰੀਜ਼ ਠੀਕ ਬੈਠੇ, ਅਚਾਨਕ ਨਾਲ ਉਹਨੇ ਦੇਖਿਆ ਕਿ ਉਹਦਾ ਹੱਥ ਨਹੀਂ ਚੱਲ ਰਿਹਾ, ਉਹਦਾ ਪੈਰ ਚੱਲਣਾ ਬੰਦ ਹੋ ਗਿਆ, ਜਾਂ ਮੂੰਹ ਟੇਢਾ ਹੋ ਗਿਆ, ਜਾਂ ਉਹਨੂੰ ਬੋਲਣ ਵਿੱਚ ਦਿੱਕਤ ਆਣੀ ਸ਼ੁਰੂ ਹੋ ਗਈ। ਕੁਝ ਮਰੀਜ਼ਾਂ 'ਚ ਦੇਖਣ ਵਿੱਚ ਵੀ ਦਿੱਕਤ ਆ ਸਕਦੀ ਹੈ। ਤਾਂ ਇੱਦਾਂ ਕਿਸੇ ਵੀ ਬੰਦੇ ਨੂੰ ਜੇ ਅਗਰ ਹੋਏ ਕਿ ਅਚਾਨਕ ਨਾਲ, ਇਸ ਤਰ੍ਹਾਂ ਨਹੀਂ ਕਿ ਉਹਨੂੰ 2-3 ਦਿਨਾਂ ਦਾ ਕੁਝ ਚੱਲ ਰਿਹਾ, ਨਾਰਮਲ ਬੈਠਾ ਮਰੀਜ਼ ਹੈ, ਉਹਨੂੰ ਇੱਕਦਮ ਅਚਾਨਕ ਨਾਲ ਉਹਦਾ ਹੱਥ ਪੈਰ ਕੰਮ ਕਰਨਾ ਬੰਦ ਕਰ ਗਿਆ, ਮੂੰਹ ਟੇਢਾ ਹੋ ਗਿਆ, ਜਾਂ ਜ਼ੁਬਾਨ ਲੜਖੜਾਣਾ ਸ਼ੁਰੂ ਹੋ ਗਈ, ਥੀਸ ਆਰ ਸਟ੍ਰੋਕ ਸਿੰਪਟਮਸ। ਠੀਕ ਹੈ। ਸਟ੍ਰੋਕ ਹੁੰਦਾ ਕੀ ਹੈ? ਸਡਨ ਔਨਸੈਟ, ਅਚਾਨਕ ਨਾਲ ਹੋ ਜਾਣਾ, ਬ੍ਰੇਨ ਵਿੱਚ ਜਾਂ ਤਾਂ ਦਿਮਾਗ 'ਚ ਕੋਈ ਕਲੌਟ ਆ ਗਿਆ, ਠੀਕ ਹੈ, ਜਾਂ ਕੋਈ ਨਸ ਦਾ ਫਟ ਜਾਣਾ, ਜਿਹਨੂੰ ਹੈਮਰੇਜ ਕਹਿੰਦੇ ਆ ਅਸੀਂ, ਠੀਕ ਹੈ। ਹੈਮਰੇਜ ਜਾਂ ਕਲੌਟ ਬ੍ਰੇਨ ਵਿੱਚ ਹੋ ਜਾਏ ਤਾਂ ਸਟ੍ਰੋਕ ਹੋ ਜਾਂਦਾ ਹੈ। ਹੁਣ ਜੋ ਹੈਮਰੇਜ ਵਾਲਾ ਹੈ, ਯੂਜੂਅਲੀ ਉਹਨਾਂ ਵਿੱਚ ਦੇਖਿਆ ਸੀ ਜਿਨ੍ਹਾਂ ਲੋਕਾਂ ਨੂੰ ਬੀਪੀ ਦੀ ਸ਼ਿਕਾਇਤ ਹੈ, ਜਿਹੜੇ ਆਪਣੀ ਬੀਪੀ ਦੀ ਦਵਾਈ ਟਾਈਮ ਤੇ ਨਹੀਂ ਲੈਂਦੇ ਨੇ, ਬੀਪੀ ਹਮੇਸ਼ਾ ਹਾਈ ਰਹਿੰਦਾ ਹੈ, ਉਹ ਹਮੇਸ਼ਾ ਕਹਿੰਦੇ ਜੀ ਸਾਡਾ ਤਾਂ ਇੰਨਾ ਹੀ ਰਹਿੰਦਾ ਹੈ, ਠੀਕ ਹੈ, ਬਟ ਦੇयर ਆਰ ਸਰਟਨ ਟਾਈਮਸ ਜਦੋਂ ਹਰ ਇੱਕ ਚੀਜ਼ ਦਾ ਬ੍ਰੇਕ ਪੁਆਇੰਟ ਆਉਂਦਾ ਹੈ, ਠੀਕ ਹੈ। ਹੈਮਰੇਜ ਹੋ ਜਾਏ, ਇਮੀਡੀਏਟਲੀ ਪੇਸ਼ੈਂਟ ਨੂੰ ਸ਼ਿਫਟ ਕਰੋ ਹਸਪੀਟਲ, ਠੀਕ ਹੈ, ਸੋ ਦੈਟ ਉਹਦਾ ਇਮੀਡੀਏਟਲੀ ਬੀਪੀ ਲੋਅਰ ਕੀਤਾ ਜਾ ਸਕੇ, ਠੀਕ ਹੈ। ਜਿਹੜਾ ਹੋਰ ਖੂਨ ਦਾ ਰਿਸਾਵ ਹੋਣਾ ਹੈ ਬ੍ਰੇਨ ਵਿੱਚ, ਉਹਨੂੰ ਰੋਕਿਆ ਜਾ ਸਕੇ ਤੇ ਪੇਸ਼ੈਂਟ ਦੀ ਰਿਕਵਰੀ ਵਿੱਚ ਹੈਲਪ ਕੀਤਾ ਜਾ ਸਕੇ। ਜਿਹੜਾ 4.5 ਘੰਟੇ ਵਾਲੀ ਗੱਲ ਕਰ ਰਹੇ ਹਾਂ, ਉਹ ਅਸੀਂ ਜ਼ਿਆਦਾਤਰ ਜਿਹੜੇ ਕਲੌਟ ਵਾਲੇ ਸਟ੍ਰੋਕਸ ਨੇ, ਠੀਕ ਹੈ, ਕਿ ਜਿਹੜੀ ਬਲੱਡ ਸਪਲਾਈ ਟੂ ਬ੍ਰੇਨ ਹੈ ਉਹਨਾਂ ਵਿੱਚ ਕਲੌਟ ਆ ਗਿਆ, ਸੋ ਦੈਟ ਉਸ ਹਿੱਸੇ ਨੂੰ ਦਿਮਾਗ ਦੇ ਖੂਨ ਦੀ ਸਪਲਾਈ ਬੰਦ ਹੋ ਗਈ, ਠੀਕ ਹੈ। ਤਾਂ ਨਾਰਮਲੀ ਜਿਵੇਂ ਇਟ ਬਿਕਮਸ ਗੈਂਗਰੀਨਸ, ਜੇ ਬਲੱਡ ਸਪਲਾਈ ਬੰਦ ਹੋ ਜਾਏਗੀ ਕਿਸੇ ਵੀ ਹਿੱਸੇ ਨੂੰ ਸਾਡੇ ਸਰੀਰ ਦੇ, ਉਹ ਡੈਡ ਹੋਣਾ ਸ਼ੁਰੂ ਹੋ ਜਾਂਦਾ ਹੈ, ਠੀਕ ਹੈ, ਠੀਕ ਹੈ। ਉਸ ਕਲੌਟ ਨੂੰ ਅਸੀਂ 4.5 ਘੰਟੇ ਦੇ ਅੰਦਰ ਅੰਦਰ ਖੋਲ ਸਕਦੇ ਹਾਂ,
ਕੁਝ ਦਵਾਈਆਂ ਦੀ ਮਦਦ ਨਾਲ। ਉਹ ਇੰਜੈਕਸ਼ਨ ਅਸੀਂ ਲਗਾ ਸਕਦੇ ਹਾਂ, ਪਰ ਜੇ ਅਸੀਂ ਉਹ 4.5 ਘੰਟੇ ਦਾ ਟਾਈਮ ਨਿਕਲ ਗਿਆ, ਉਹ ਕਲੌਟ ਇੰਨਾ ਪੱਕਾ ਹੋ ਜਾਂਦਾ ਕਿ ਉਹ ਦਵਾਈ ਨਾਲ ਖੋਲਣਾ ਫਿਰ ਪੋਸੀਬਲ ਹੀ ਨਹੀਂ ਹੈ। ਉਸ ਤੋਂ ਬਾਅਦ ਵੀ ਕੁਝ ਕੇਸਿਸ ਵਿੱਚ ਉਹ ਕਲੌਟ ਨੂੰ ਅਸੀਂ ਕੈਥੇਟਰ ਨਾਲ ਜਾਂ ਵਾਇਰਸ ਨਾਲ ਨਿਕਾਲ ਸਕਦੇ ਹਾਂ ਅਪ ਟੂ 24 ਆਵਰਸ। ਜੇ ਉਹ ਕਲੌਟ ਪੱਕਾ ਵੀ ਹੋ ਗਿਆ, ਦਵਾਈ ਨਾਲ ਖੁੱਲਣ ਵਾਲਾ ਟਾਈਮ ਨਿਕਲ ਗਿਆ, ਅਪ ਟੂ 24 ਆਵਰਸ ਅਸੀਂ ਉਹ ਕਲੌਟ ਨੂੰ ਕੱਢ ਕੇ ਮਰੀਜ਼ ਦੀ ਰਿਕਵਰੀ ਵਿੱਚ ਹੈਲਪ ਕਰ ਸਕਦੇ ਹਾਂ। ਜਾਂ ਉਹਨਾਂ ਦੀ ਜਿੰਨੀ ਵੀ ਡਿਸੇਬਿਲਿਟੀ ਹੈ, ਤੁਸੀਂ ਸਪੋਜ਼ ਕਰੋ ਇੱਕ ਮਰੀਜ਼ ਜਿਹਦਾ ਹੱਥ ਪੈਰ ਰੁਕ ਗਿਆ, ਸਪੋਜ਼ ਜੇ ਸੱਜਾ ਪਾਸਾ ਹੈ ਤਾਂ ਹੋਰ ਡਿਸੇਬਿਲਿਟੀ ਡਿਵੈਲਪ ਹੋ ਜਾਂਦੀ ਹੈ, ਆਪਣਾ ਕੋਈ ਕੰਮ ਨਹੀਂ ਕਰ ਸਕਦਾ, ਹੀ ਬਿਕਮਸ ਡਿਪੈਂਡੈਂਟ ਔਨ ਅਦਰਸ ਫॉर ਹਿਸ ਹੋਲ ਲਾਈਫ। ਕਿਉਂਕਿ ਜਿਹੜੀ ਸਟ੍ਰੋਕ ਵਾਲੀ ਇੱਕ ਵਾਰੀ ਡਿਸੇਬਿਲਿਟੀ ਹੋ ਗਈ, ਇਟ ਰਿਕਵਰਸ ਇਨ ਸਮ ਕੇਸਿਸ, ਬਟ ਬਹੁਤ ਸਾਰੇ ਲੋਕਾਂ ਵਿੱਚ ਉਹ ਉੱਦਾਂ ਦੀ ਉੱਦਾਂ ਹੀ ਬਣੀ ਰਹਿੰਦੀ ਹੈ ਜੇ ਤੁਸੀਂ ਪਹਿਲੇ 4 ਤੋਂ 24 ਘੰਟੇ ਕੋਈ ਟ੍ਰੀਟਮੈਂਟ ਜੋ ਪ੍ਰੋਪਰ ਹੋਣਾ ਚਾਹੀਦਾ ਸੀਗਾ ਉਹ ਨਹੀਂ ਕਰਾਇਆ ਤਾਂ। ਇਸ ਕਰਕੇ ਵੈਨੇਵਰ ਯੂ ਸੀ ਸਮਬਡੀ ਹੈਵਿੰਗ ਅ ਸਟ੍ਰੋਕ ਮੈਂ ਦੱਸੇ ਕੀ ਲੱਛਣ ਨੇ, ਹੱਥ ਪੈਰ ਦਾ ਅਚਾਨਕ ਕੰਮ ਕਰਨਾ ਰੁਕ ਜਾਣਾ, ਜ਼ੁਬਾਨ ਲੜਖੜਾਣਾ, ਮੂੰਹ ਟੇਢਾ ਹੋਣਾ ਜਾਂ ਅਚਾਨਕ ਕਿਸੇ ਦਾ ਬੈਲੈਂਸ ਵਿਗੜ ਜਾਣਾ, ਟੇਕ ਦਾ ਪੇਸ਼ੈਂਟ ਟੂ ਹਸਪੀਟਲ ਜਿੱਥੇ ਨਿਊਰੋਲੋਜਿਸਟ ਜਾਂ ਕੋਈ ਨਿਊਰੋਸਰਜਨ ਜਿੱਥੇ CT MRI ਦੀ ਅਵੇਲੇਬਿਲਿਟੀ ਜਾਂ ਫੈਸਿਲਿਟੀ ਹੋਏ। ਅਦਰਵਾਈਜ਼ ਜੇ ਤੁਸੀਂ ਕਿਸੇ ਹੋਰ ਹਸਪੀਟਲ ਲੈ ਕੇ ਜਾਓਗੇ, ਉਹ ਆਪਣਾ ਚੈੱਕ ਕਰਨਗੇ। ਡਿਊਰਿੰਗ ਦੈਟ ਪੀਰੀਅਡ ਤੁਸੀਂ ਸਿਰਫ ਉਹ 골ਡਨ ਪੀਰੀਅਡ ਲੌਸਟ ਕਰ ਰਹੇ ਹੋ। ਠੀਕ ਹੈ, ਜਿੰਨਾ ਜ਼ਰੂਰੀ ਨਹੀਂ ਹੈ ਕਿ 4.5 ਘੰਟੇ ਕਰਿਆ ਤੇ 4.5 ਘੰਟੇ ਤੇ ਹੀ ਲਗਵਾਉਣਾ ਹੈ। ਜੇ ਉਹ ਵਾਲਾ ਇੰਜੈਕਸ਼ਨ 1 ਘੰਟੇ ਤੇ ਲੱਗ ਜਾਂਦਾ ਹੈ ਤਾਂ ਰਿਕਵਰੀ ਦੇ ਚਾਂਸਸ ਆਰ ਮਚ ਮੋਰ ਦੈਨ ਇਫ ਯੂ ਗਿਵ ਇੰਜੈਕਸ਼ਨ। ਡਿਸੇਬਿਲਿਟੀ ਤੋਂ ਬਚ ਸਕਦੇ ਹਾਂ। ਬਿਲਕੁਲ ਜੀ, ਬਿਲਕੁਲ ਡਿਪੈਂਡੈਂਸੀ ਔਨ ਅਦਰਸ ਤੋਂ ਬਚਿਆ ਜਾ ਸਕਦਾ ਹੈ। ਬਿਲਕੁਲ ਸਰ, ਟ੍ਰੀਟਮੈਂਟ ਦੀ ਗੱਲ ਕਰੀਏ ਦੋਨਾਂ ਕੇਸਿਸ ਦੇ ਵਿੱਚ, ਐਪੀਲੈਪਸੀ ਐਂਡ ਸਟ੍ਰੋਕ ਆਲਸੋ, ਮੈਡੀਸਿਨਸ ਅਵੇਲੇਬਲ ਨੇ ਜਾਂ ਇਸ ਤੋਂ ਇਲਾਵਾ ਕੋਈ ਹੋਰ ਆਲਟਰਨੇਟਸ ਨੇ? ਐਪੀਲੈਪਸੀ ਦੀ ਟ੍ਰੀਟਮੈਂਟ ਦੀ ਗੱਲ ਕਰੀਏ ਤੇ ਐਪੀਲੈਪਸੀ ਵਾਸਤੇ ਅਸੀਂ ਯੂਜੂਅਲੀ ਵੀ ਯੂਜ਼ ਟੈਬਲੇਟਸ। ਓਕੇ, ਠੀਕ ਹੈ, ਮੈਜੋਰਿਟੀ ਆਫ ਪੀਪਲ ਆਰ ਬੈਨੀਫਿਟਡ ਵਿਦ ਟੈਬਲੇਟਸ, ਉਹਨਾਂ ਨੂੰ ਕੁਝ ਹੋਰ ਦੇਣ ਦੀ ਜ਼ਰੂਰਤ ਨਹੀਂ ਪੈਂਦੀ ਹੈ। ਜੇ ਮਰੀਜ਼ ਰੈਗੂਲਰ ਆਪਣੀ ਦਵਾਈ ਲੈ ਰਹੇ ਹੈ, ਨਿਯਮ ਨਾਲ ਲੈ ਰਹੇ ਹੈ, ਸਕਿਪ ਨਹੀਂ ਕਰ ਰਿਹਾ ਮੈਡੀਸਿਨਸ, ਤੇ ਮੈਜੋਰਿਟੀ ਆਫ ਪੀਪਲ ਗੈਟ ਕਿਉਰਡ। ਕੁਝ ਕੇਸਿਸ ਡਿਫਿਕਲਟ ਹੁੰਦੇ ਨੇ ਜਿਨ੍ਹਾਂ ਵਿੱਚ ਦਵਾਈਆਂ ਕੰਮ ਨਹੀਂ ਕਰਦੀਆਂ, ਉਹਨਾਂ ਵਿੱਚ ਕੁਝ ਸਪੈਸ਼ਲ ਐਪੀਲੈਪਸੀ ਸਰਜਰੀਜ਼ ਆਉਂਦੀਆਂ ਨੇ ਜਿਨ੍ਹਾਂ ਨੂੰ ਆਪਾਂ, ਜਿਹਦੇ ਵਿੱਚ ਕੁਝ ਸਪੈਸ਼ਲ ਕੁਝ ਬ੍ਰੇਨ ਦਾ ਹਿੱਸਾ ਜਿੱਥੋਂ ਦੀ ਮੇਨ ਵੇਵਸ ਉੱਠ ਰਹੀਆਂ ਨੇ, ਮਿਰਗੀ ਦੇ ਦੁਆਰੇ ਉਤਪੰਨ ਹੋ ਰਹੇ ਨੇ, ਉਹਨਾਂ ਨੂੰ ਰਿਮੂਵ ਕੀਤਾ ਜਾ ਸਕਦਾ ਹੈ। ਜਾਂ ਜੇ ਕੋਈ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਕਾਰਨਾਂ ਵਿੱਚ ਜੇ ਕੋਈ ਕਿਸੇ ਨੂੰ ਮਿਰਗੀ ਦਾ ਕਾਰਨ ਹੀ ਟਿਊਮਰ ਹੈ, ਉਹਦਾ ਟ੍ਰੀਟਮੈਂਟ ਮੇਨਲੀ ਸਰਜਰੀ ਹੈ ਰਾਦਰ ਦੈਨ ਦਵਾਈਆਂ, ਕਿਉਂਕਿ ਉਹਦਾ ਜੜ ਟਿਊਮਰ ਵਿੱਚ ਹੈ। ਠੀਕ ਹੈ, ਜੇ ਕੀੜੇ ਦੀ ਗੱਲ ਕਰੀਏ, ਦਿਮਾਗ 'ਚ ਗੱਠ ਦੀ ਗੱਲ ਕਰੀਏ, ਕਈ ਵਾਰੀ TB ਦੀ ਗੱਠ ਹੈ ਜਾਂ ਕਈ ਵਾਰੀ ਕੀੜੇ ਦੀ ਗੱਠ ਹੈ, ਉਹਨਾਂ ਲਈ ਵੀ ਦਵਾਈਆਂ ਦੇ ਕੇ ਉਹਨਾਂ ਨੂੰ ਠੀਕ ਕੀਤਾ ਜਾ ਸਕਦਾ ਹੈ। ਬਟ ਇਹਦੇ ਵਿੱਚ ਇੱਕ ਹੀ ਸ਼ਰਤ ਹੈ ਕਿ ਮਰੀਜ਼ ਰੈਗੂਲਰ ਦਵਾਈ ਲਏ, ਕਦੇ ਸਕਿਪ ਨਾ ਕਰੇ। ਹਾਂ, ਕੁਝ ਲੋਕ ਸਕਿਪ ਕਰਦੇ ਨੇ, ਫਿਰ ਦੌਰਾ ਹੋ ਜਾਂਦਾ ਹੈ, ਫਿਰ ਉਹ ਕਹਿੰਦੇ ਨੇ ਕਿ ਜੇ ਅਸੀਂ ਦਵਾਈ ਖਾਧੀ ਸਾਨੂੰ ਫਰਕ ਨਹੀਂ ਪਿਆ। ਇਨ ਦੈਟ ਪ੍ਰੋਸੈਸ ਦੇ ਸਫਰ ਲਾਈਫ ਲੌਂਗ, they suffer lifelong. ਤੇ ਸਰਜਰੀਜ਼, then there are some newer techniques ਜਿਹਦੇ 'ਚ ਇੱਕ ਵੇਗਲ ਨਰਵ ਸਟਿਮੂਲੇਸ਼ਨ ਹੈ, ਇਹ ਅਸੀਂ ਉਹਨਾਂ ਵਿੱਚ ਯੂਜ਼ ਕਰਦੇ ਹਾਂ ਜਿਨ੍ਹਾਂ ਨਾਲ ਦਵਾਈਆਂ ਨਾਲ ਫਰਕ ਨਹੀਂ ਪੈ ਰਿਹਾ। ਤੁਸੀਂ 2, 3, 4 ਜਾਂ 5 ਦਵਾਈਆਂ ਵੀ ਦੇਤੀਆਂ ਮਰੀਜ਼ ਨੂੰ, ਫਿਰ ਵੀ ਦੌਰੇ ਹੋ ਰਹੇ ਨੇ, ਉਹਨਾਂ ਕੇਸਿਸ ਵਿੱਚ ਅਸੀਂ ਵੇਗਲ ਨਰਵ ਸਟਿਮੂਲੇਸ਼ਨ ਜਾਂ ਕੁਝ ਹੋਰ ਡਿਵਾਈਸਿਸ ਵੀ ਨੇ ਜਿਹੜੇ ਰਿਸਰਚ ਪਰਪਸਿਸ ਲਈ ਹਲੇ ਜ਼ਿਆਦਾ ਯੂਜ਼ ਹੋ ਰਹੇ ਨੇ, ਬਟ ਵੀ ਕੈਨ ਯੂਜ਼ ਦੈਮ ਇਨ ਰਿਫਰੈਕਟਰੀ ਦਾ ਮਤਲਬ ਹੈ ਕਿ ਜਿਹੜੀ ਮੁਸ਼ਕਿਲ ਟੂ ਟਰੀਟ ਐਪੀਲੈਪਸੀਜ਼ ਨੇ। ਐਂਡ ਵਾਟ ਅਬਾਊਟ ਸਟ੍ਰੋਕ ਸਰ, ਸਟ੍ਰੋਕ ਟ੍ਰੀਟਮੈਂਟ? ਸਟ੍ਰੋਕ ਦਾ ਜਿਵੇਂ ਮੈਂ ਦੱਸਿਆ, ਸਟ੍ਰੋਕ ਦਾ ਟ੍ਰੀਟਮੈਂਟ ਇਜ਼ ਵੈਰੀ ਸਿੰਪਲ। ਜੇ ਤਾਂ ਕਲੌਟ ਵਾਲਾ ਸਟ੍ਰੋਕ ਹੈ, ਉਹਦੇ ਲਈ ਅਸੀਂ 4.5 ਘੰਟੇ ਦੇ ਅੰਦਰ ਅੰਦਰ ਇੰਜੈਕਸ਼ਨ ਦੇ ਸਕਦੇ ਹਾਂ। ਇੰਜੈਕਸ਼ਨ ਦਾ ਨਾਮ ਐਲਟੀਪਲੇਜ਼, ਟਨੈਕਟੀਪਲੇਜ਼, ਥੀਸ ਆਰ ਦਾ ਕਲੌਟ ਬਸਟਰ ਮੈਡੀਸਿਨਸ। ਜੇ ਤਾਂ ਤੁਸੀਂ 4.5 ਘੰਟੇ ਦੇ ਅੰਦਰ ਅੰਦਰ ਦੇਤਾ, ਦੇਰ ਆਰ ਚਾਂਸਿਸ ਕਿ ਉਹ ਕਲੌਟ ਬਸਟ ਹੋ ਜਾਏਗਾ ਤੇ ਜਿਹੜੇ ਹਿੱਸੇ ਨੂੰ ਦਿਮਾਗ ਦੇ ਬਲੱਡ ਸਪਲਾਈ ਰੁਕੀ ਸੀ, ਇਟ ਵਿਲ ਬੀ ਰੀਸਟੋਰਡ, ਤੇ ਜਿਹੜੀ ਪੇਸ਼ੈਂਟ ਨੂੰ ਡਿਸੇਬਿਲਿਟੀ ਹੋਈ ਸੀ, ਇਟ ਵਿਲ ਬੀ ਰਿਕਵਰਡ। ਜਾਂ ਕੁਝ ਕੇਸਿਸ ਵਿੱਚ ਜਿਹੜੇ ਲੇਟ ਆਉਂਦੇ ਨੇ, ਉਹਨਾਂ ਵਿੱਚ ਕੁਝ ਕੇਸਿਸ ਵਿੱਚ ਆਪਾਂ ਵਾਇਰ ਦੇ ਥਰੂ ਕਲੌਟ ਰਿਮੂਵ ਕਰ ਸਕਦੇ ਨੇ। ਦੈਟ ਇਜ਼ ਆਲਸੋ ਇਵਨ ਵਿਦਿਨ ਅ ਸਟਿਪੂਲੇਟਿਡ ਟਾਈਮ, ਦੈਟ ਇਜ਼ ਅਪ ਟੂ 24 ਆਵਰਸ ਵਿਦ ਸਪੈਸ਼ਲ ਇਮੇਜਿੰਗ ਟੈਕਨੀਕਸ। ਬਟ ਕੋਸ਼ਿਸ਼ ਕਰਨਾ ਹੈ ਕਿ ਜਦੋਂ ਵੀ ਤੁਸੀਂ ਕਿਸੇ ਮਰੀਜ਼ ਨੂੰ ਦੇਖੋ ਸਟ੍ਰੋਕ ਹੁੰਦਿਆਂ, ਇਮੀਡੀਏਟਲੀ ਟੇਕ ਹਿਮ ਟੂ ਦਾ ਹਸਪੀਟਲ ਵਿਦਾਊਟ ਵੇਸਟਿੰਗ ਐਨੀ ਟਾਈਮ, ਸੋ ਦੈਟ ਉਹਨੂੰ ਬੈਸਟ ਤੋਂ ਬੈਸਟ ਟ੍ਰੀਟਮੈਂਟ ਦਿੱਤਾ ਜਾ ਸਕੇ। Sir, after treatment can therapy, any kind of therapy, let it be physiotherapy, play a vital role? ਜੇ ਤਾਂ ਅਸੀਂ ਇਹ ਵਾਲੀ ਕਲੌਟ ਬਸਟਰ ਮੈਡੀਸਿਨਸ ਜਾਂ ਕਲੌਟ ਰਿਮੂਵ ਕਰਤਾ ਤਾਂ ਪੇਸ਼ੈਂਟ ਇਜ਼ ਫੁੱਲੀ ਰਿਕਵਰਡ, then there is no need of physiotherapy. ਠੀਕ ਹੈ।
if for some reasons patient could not get this treatment, be it clot buster medicine या clot removal नहीं हो पाया, ਫਿਰ ਉਹਨਾਂ ਨੂੰ disability ਰਹਿ ਗਈ, ਕਮਜ਼ੋਰੀ ਰਹਿ ਗਈ, ਉਹਨਾਂ cases ਵਿੱਚ physiotherapy ਬੜਾ important role play ਕਰਦੀ ਹੈ rehabilitation ਵਿੱਚ. It just like treating ਹੈ ਨਾ a small child, ਉਹਨੂੰ ਦੁਬਾਰਾ ਚੱਲਣਾ ਸਿਖਾਣਾ ਹੈ ਤੁਸੀਂ, ਠੀਕ ਹੈ, ਤਾਂ ਫਿਜ਼ੀਓਥੈਰੇਪੀ plays that role. ਉਹਦੀ exercises ਕਰਨੀਆਂ, ਠੀਕ ਹੈ, that helps in recovery in those patients ਜਿਨ੍ਹਾਂ ਨੂੰ proper treatment ਨਹੀਂ ਮਿਲ ਸਕਿਆ. ਆਊਟਕਮ ਫਿਜ਼ੀਓਥੈਰੇਪੀ ਨਾਲ 100 ਵਿੱਚੋਂ ਜੇ ਬਹੁਤ ਜ਼ਿਆਦਾ ਵੱਡਾ ਸਟ੍ਰੋਕ ਨਹੀਂ ਹੈ, ਬਹੁਤ ਜ਼ਿਆਦਾ ਦਿਮਾਗ ਨੂੰ ਡੈਮੇਜ ਨਹੀਂ ਹੁਆ, ਤਾਂ ਰਿਕਵਰੀ ਇਜ਼ ਪੋਸੀਬਲ. ਬਟ ਜੇ ਵੱਡਾ ਸਟ੍ਰੋਕ ਹੈ ਜਾਂ ਦਿਮਾਗ ਨੂੰ ਬਹੁਤ ਜ਼ਿਆਦਾ ਡੈਮੇਜ ਹੋ ਚੁੱਕਿਆ ਹੈ, ਰਿਕਵਰੀ ਥੋੜਾ ਸਲੋ ਹੁੰਦੀ ਹੈ. ਸੋ ਦੋਨਾਂ ਕੇਸਿਸ ਦੇ ਵਿੱਚ ਟ੍ਰੀਟਮੈਂਟ ਤੋਂ ਬਾਅਦ ਜਾਂ ਮੈਡੀਕੇਸ਼ਨਸ ਦੇ ਬਾਅਦ ਜਾਂ ਮੈਡੀਕੇਸ਼ਨਸ ਦੇ ਨਾਲ ਪੇਸ਼ੈਂਟ ਨਾਰਮਲ ਲਾਈਫ ਲੀਡ ਕਰ ਸਕਦੇ ਨੇ? ਬਿਲਕੁਲ. ਜਿਹੜੇ 4.5 ਘੰਟੇ ਵਿੱਚ ਟ੍ਰੀਟਮੈਂਟ ਲੈ ਲੈਂਦੇ ਨੇ, ਠੀਕ ਹੈ, ਵੀ ਹੈਵ ਸੋ ਮੈਨੀ ਪੇਸ਼ੈਂਟਸ ਜਿਹੜੇ ਟਾਈਮ ਤੇ ਹਸਪੀਟਲ ਪਹੁੰਚ ਗਏ, ਜਿਨ੍ਹਾਂ ਨੂੰ ਫੁੱਲ ਰਿਕਵਰੀ ਹੋ ਗਈ, ਜਿਹੜੇ ਨਾਰਮਲ ਲਾਈਫ ਲੀਡ ਕਰ ਰਹੇ ਨੇ. ਜੇ ਉਹ ਬਾਈ ਚਾਂਸ ਨਹੀਂ ਆਉਂਦੇ, ਜੇ ਉਹ ਟਾਈਮ ਗੋਲਡਨ ਪੀਰੀਅਡ ਜੋ ਮਿਸ ਕਰ ਜਾਂਦੇ, ਦੇ ਵੁੱਡ ਹੈਵ ਸਟਕ ਟੂ ਬੈਡ. ਉਹ ਫਿਜ਼ੀਓਥੈਰੇਪੀ ਚੱਲ ਰਿਹਾ ਹੁੰਦਾ, ਪਾਰਸ਼ੀਅਲ ਰਿਕਵਰੀ ਫਿਰ ਵੀ ਪੋਸੀਬਲ ਹੈ, ਬਟ ਫੁੱਲ ਰਿਕਵਰੀ ਨਾਰਮਲ ਲਾਈਫ, ਇਟ ਇਜ਼ important that you reach the hospital in time. ठीक है, that is the main stressing point, because बहुत सारे लोगों को पता ही नहीं है कि stroke ਦਾ treatment है ਕੀ. everybody just feels कि हो गया ਤਾਂ ਹੁਣ ਕੁਝ ਕਰ ਨਹੀਂ ਸਕਦੇ, ਹੁਣ ਸਿਰਫ ਸੇਵਾ ਕਰਨੀ ਹੈ ਮਰੀਜ਼ ਦੀ, ਉਹਨਾਂ ਦੀ ਡਿਪੈਂਡੈਂਸੀ ਹੋ ਗਈ ਉਹ ਦੂਸਰੇ ਤੇ, ਦੂਸਰਾ ਜਿੰਨਾ ਮਦਦ ਕਰ ਸਕੇ ਉਹਨਾਂ ਦੀ ਉਹ ਕੀਤੀ ਜਾਏ. ਸਰ ਸਟ੍ਰੈਸ ਤੇ ਐਂਜ਼ਾਈਟੀ ਕਾਫੀ ਕਾਮਨ ਹੈ ਅੱਜਕੱਲ, ਇਹ ਵੀ ਨਿਊਰੋਲੋਜੀਕਲ ਡਿਸਆਰਡਰ ਦੇ ਵਿੱਚ ਆਉਂਦਾ? ਸਟ੍ਰੈਸ ਐਂਜ਼ਾਈਟੀ ਯੂਜੂਅਲੀ dealt by the psychiatrists. ਠੀਕ ਹੈ, being a neurologist we find ਕਿ ਸਾਡੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਐਪੀਲੈਪਸੀ ਵਾਲੇ ਮਰੀਜ਼ਾਂ ਵਿੱਚ ਰਿਲੇਟਡ ਕੇਸਿਸ ਹੋ ਸਕਦੇ, ਹਾਂ, ਰਿਲੇਟਡ ਕੇਸਿਸ ਵਿੱਚ ਕਈ ਵਾਰੀ we might have to deal with them, ਕਿਉਂਕਿ ਸਟ੍ਰੈਸ ਐਂਜ਼ਾਈਟੀ ਨਿਊਰੋਲੋਜੀਕਲ ਪੇਸ਼ੈਂਟਸ ਇਜ਼ ਵੈਰੀ ਕਾਮਨ. ਉਹਨਾਂ ਕੇਸਿਸ ਵਿੱਚ ਅਸੀਂ ਕਈ ਵਾਰ ਆਪਾਂ ਨੂੰ ਟ੍ਰੀਟ ਕਰਨਾ ਪੈਂਦਾ ਹੈ, ਪਰ ਜੇ ਬਹੁਤ ਜ਼ਿਆਦਾ ਜ਼ਰੂਰਤ ਹੋਏ ਜਾਂ ਬਹੁਤ ਐਕਸੈਸਿਵ ਸਟ੍ਰੈਸ ਜਾਂ ਐਂਜ਼ਾਈਟੀ ਦਾ ਇਸ਼ੂਜ਼ ਹੈ, ਤਾਂ these are the cases usually dealt by psychiatrist only. ਸਰ ਕੋਵਿਡ ਦੇ ਦੌਰਾਨ ਤੇ ਕੋਵਿਡ ਤੋਂ ਬਾਅਦ ਕਿਹੜੇ ਨਿਊਰੋਲੋਜੀਕਲ ਡਿਸਆਰਡਰਸ ਨੇ ਜੋ ਕਾਫੀ ਕਾਮਨ ਨੇ ਜਾਂ ਉਭਰੇ ਨੇ? ਕੋਵਿਡ ਦੇ ਜਦੋਂ ਕੋਵਿਡ ਲੋਕਡਾਊਨ ਸੀਗਾ, ਉਸ ਤੋਂ ਬਾਅਦ ਅਸੀਂ ਇੱਕ ਚੀਜ਼ ਆਬਜ਼ਰਵ ਕੀਤੀ ਹੈ, ਮਾਈਗ੍ਰੇਨ ਇਜ਼ ਵਨ ਥਿੰਗ that has come up as a है ना एपिडेमिक जी, ठीक है, क्योंकि कोविड करके लोगों की रूटीन विच बहुत बदलाव आया है. एंड माइग्रेन इज़ वन डिसीज़, माइग्रेन हेडेक डिसऑर्डर है, और माइग्रेन इज़ एन माइग्रेन दे मरीज़ जिहड़े ने अपने आस पास दे इन्वायरमेंट तो बहुत सेंसिटिव रहंदे ने. तो जदों भी कुछ आउटसाइड इन्वायरमेंट विच बदलाव आंदा है तो उन्हां दे हेडेक ट्रिगर्स हो जाते हैं. माइग्रेन इज़ नॉट अ लाइफ थ्रेटनिंग डिसीज़, बट इट इज़ अ डिसेबलिंग वन. ठीक है, इट इज़ वन ऑफ द मोस्ट कॉमन कॉज ऑफ वर्क एबसेंटिज्म. पेशेंट ਨੂੰ ਕੋਈ ਲਾਈਫ ਥ੍ਰੈਟਨਿੰਗ ਨਹੀਂ ਹੈ, ਉਹਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ, ਬਟ ਉਹਦੇ ਵਿੱਚ ਇੰਨਾ ਸਵੇਅਰ ਹੈਡੇਕਸ ਹੁੰਦੇ ਨੇ ਕਿ ਪੇਸ਼ੈਂਟ ਆਪਣੀ ਰੂਟੀਨ ਫੋਲੋ ਨਹੀਂ ਕਰ ਪਾਉਂਦਾ. ਵਰਕਿੰਗ ਪੀਪਲ ਵਿੱਚ ਇਟ ਇਜ਼ ਵਨ ਆਫ ਦ ਮੋਸਟ ਕਾਮਨ ਕਾਜ਼ ਆਫ ਵਰਕ ਐਬਸੈਂਟਿਜ਼ਮ. ਠੀਕ ਹੈ, ਤਾਂ ਹੁਣ ਕੋਵਿਡ ਲਾਕਡਾਊਨ ਵਿੱਚ there are certain changes in the environment, अपनी आज साड़ी रूटीन बिल्कुल डिसरप्ट हो गई. there are certain घरों निकलना बंद हो गया, जो अपना रूटीन एक फॉलो कर रहे थे. हजे भी कुछ काफ़ी सारी कंपनीज वर्क फ्रॉम होम चल रहा है, और करके घरे बैठ करके एक मेंटल हेल्थ अफेक्ट हुई है, स्ट्रेस वधे, जिहदे करके माइग्रेन दा ट्रिगर्स काफ़ी हो गया है. वी सी पेशेंट जिन्होंने 2 या 3 महीने विच एक बार दर्द हुंदा सीगा या एक दिन लई खराबी हुई. नाउ वी आर सीइंग पेशेंट्स जिन्होंने वही पेशेंट्स जिहड़े महीने विच 7-7 8-8 दिन लई उन्हां नूं काम तो छुट्टी लेनी पै रही है, just because of these headaches. Again, along with other neurological disorders, it is a myth that migraine is not treatable. Everybody keeps on suffering just because of this myth. Migraine is a very treatable disease. Usually we treat them when the patient is having at least 4 headaches per month. ਜੇ ਤੁਸੀਂ 1-2 ਮਹੀਨੇ ਵਿੱਚ ਇੱਕ ਵਾਰੀ ਹੋ ਰਿਹਾ ਤਾਂ ਵੀ ਯੂਜੂਅਲੀ ਗਿਵ ਐਮਰਜੈਂਸੀ ਮੈਡੀਸਿਨ. ਪਰ ਜੇ ਇੱਕ ਮਹੀਨੇ ਵਿੱਚ ਤੁਹਾਡੇ 4 ਜਾਂ 5 ਦਿਨ ਖਰਾਬ ਹੋ ਰਹੇ ਨੇ ਔਰ ਉਸ ਕਰਕੇ ਤੁਸੀਂ ਆਫਿਸ ਤੋਂ 4 ਜਾਂ 5 ਦਿਨ ਛੁੱਟੀਆਂ ਲੈ ਰਹੇ ਹੋ, then it is an indication that it should be treated. And it is a very treatable thing.
ਕੁਝ ਮਹੀਨਿਆਂ ਦੀ ਦਵਾਈ ਲਗਾਤਾਰ ਖਾਣੀ ਪੈਂਦੀ ਹੈ। Majority of people leads a normal life after that and does not have any migraine headaches. ਸਰ ਇਹ ਨਾਰਮਲ ਹੈਡੇਕ ਦੀ ਅਸੀਂ ਗੱਲ ਕਰ ਰਹੇ ਹਾਂ, ਸ਼ੁਡਨਟ ਕਲੇਮ ਇਟ ਐਜ਼ ਨਾਰਮਲ ਹੈਡੇਕ ਜਾਂ ਮਾਈਗ੍ਰੇਨ 'ਚ ਕਿੰਨਾ ਕੁ ਫਰਕ ਹੈ? ਮਤਲਬ ਕਿਵੇਂ ਪਤਾ ਲੱਗੂਗਾ ਕਿ ਐਮਰਜੈਂਸੀ ਮੈਡੀਸਨ ਨਹੀਂ ਲੈਣੀ? ਹੈਡੇਕ ਸਿਰ ਦਰਦ ਕਾਮਨ, ਠੀਕ ਹੈ, ਉਹਦੇ ਕਈ ਕਾਰਨ ਹੋ ਸਕਦੇ ਨੇ, ਠੀਕ ਹੈ। ਮਾਈਗ੍ਰੇਨ ਇਜ਼ ਵਨ ਆਫ them, ਠੀਕ ਹੈ। ਮਾਈਗ੍ਰੇਨ ਇਜ਼ ਵਨ ਆਫ ਦ ਕਾਜ਼ਜ਼ ਆਫ ਹੈਡੇਕ। ਮਾਈਗ੍ਰੇਨ ਦੇ ਹੈਡੇਕ ਦੇ ਕੁਝ ਖਾਸ ਲੱਛਣ ਨੇ, ਜਿਵੇਂ ਅੱਧੇ ਸਿਰ ਦਾ ਦਰਦ, ਕਈ ਵਾਰੀ ਅੱਖਾਂ ਦਾ ਲਾਲ ਹੋਣਾ, ਰੋਸ਼ਨੀ ਤੇਜ਼ ਲੱਗਣਾ, ਜਾਂ ਜੀ ਮਚਲਾਣਾ ਜਾਂ ਉਲਟੀ ਵਾਲਾ ਮਨ ਹੋਣਾ, ਲਾਈਟ ਤੇਜ਼ ਲੱਗਣਾ, ਸ਼ੋਰ ਤੇਜ਼ ਲੱਗਣਾ। ਮਰੀਜ਼ ਦਾ ਅਕਸਰ ਮਨ ਕਰਦਾ ਕਿ ਉਹ ਹਨੇਰੇ ਸ਼ਾਂਤ ਕਮਰੇ 'ਚ ਜਾ ਕੇ ਪੈ ਜਾਏ ਔਰ ਉਹਨੂੰ ਕੋਈ ਬੁਲਾਏ ਨਾ, ਕੋਈ ਛੇੜੇ ਨਾ ਫॉर द ਪੀਰੀਅਡ ਆਫ ਦੈਟ ਅਟੈਕ। ਸੋ ਇਹ ਮਾਈਗ੍ਰੇਨ ਵਾਲੇ ਲੱਛਣ ਨੇ। ਜਿਹੜਾ ਕਾਮਨਲੀ ਸਿਰ ਦਰਦ ਹੈ, ਕਈ ਵਾਰੀ ਜਿਵੇਂ ਨੀਂਦ ਨਾ ਆਈ, ਜਿਵੇਂ ਨਾਰਮਲ ਰੂਟੀਨ ਵਿੱਚ ਤੁਸੀਂ ਕੰਮ ਜ਼ਿਆਦਾ ਕਰ ਲਿਆ, ਐਕਸੈਸਿਵ ਐਗਜ਼ਰਸ਼ਨ ਹੋ ਗਈ, ਉਹ ਇੱਕ ਹਲਕੀ ਜੀ ਸਿਰ 'ਚ ਦੁਖਨ ਰਹਿੰਦੀ ਹੈ, ਸਿਰ 'ਚ ਭਾਰਾਪਨ ਰਾਦਰ, ਠੀਕ ਹੈ, ਉਹ ਮਾਈਗ੍ਰੇਨ ਦੇ ਲੱਛਣ ਨਹੀਂ ਹੈ। ਉਹ ਸਿਰਫ ਐਗਜ਼ਰਸ਼ਨ ਕਰਕੇ ਤੁਹਾਨੂੰ ਸਿਰ ਦਰਦ ਹੋ ਰਿਹਾ। ਕੁਝ ਹੋਰ ਤਰ੍ਹਾਂ ਦੇ ਵੀ ਸਿਰ ਦਰਦ ਨੇ। ਦ ਮੋਸਟ ਕਾਮਨ ਵੀ ਨੋ ਇਜ਼ ਮਾਈਗ੍ਰੇਨ। ਹੋਰ ਤਰ੍ਹਾਂ ਦੇ ਸਿਰ ਦਰਦ ਜਿਵੇਂ ਕਲਸਟਰ ਹੈਡੇਕਸ ਇੱਕ ਕਹਿੰਦੇ ਨੇ, ਇਹ ਸਿਰਫ ਉਹਨਾਂ ਨੂੰ ਹੀ ਪਤਾ ਜਿਨ੍ਹਾਂ ਨੂੰ ਇਹ ਹੁੰਦਾ ਐਗਜ਼ੈਕਟਲੀ, ਠੀਕ ਹੈ, ਕਿਉਂਕਿ ਇਟ ਇਜ਼ ਅ ਵੈਰੀ ਸਵੇਅਰ ਹੈਡੇਕ। ਜਿਵੇਂ ਮੈਂ ਮਾਈਗ੍ਰੇਨ ਦਾ ਦੱਸਿਆ, ਮਾਈਗ੍ਰੇਨ ਵਿੱਚ ਪੇਸ਼ੈਂਟ ਪ੍ਰੈਫਰ ਕਰਦਾ ਹੈ ਹਨੇਰੇ ਸ਼ਾਂਤ ਕਮਰੇ ਵਿੱਚ ਜਾ ਕੇ ਉਹ ਲੇਟ ਜਾਏ, ਰੈਸਟ ਕਰੇ, ਨੋਬਡੀ ਸ਼ੁੱਡ ਡਿਸਟਰਬ ਹਿਮ। ਕਲਸਟਰ ਹੈਡੇਕਸ ਵਿੱਚ ਉਲਟਾ ਹੈ, ਉਹਦੇ ਵਿੱਚ ਪੇਸ਼ੈਂਟ ਬਿਕਮਸ ਵੈਰੀ ਰੈਸਟਲੈਸ, ਉਹਦੇ ਵਿੱਚ ਸਵੇਰਿਟੀ ਆਫ ਹੈਡੇਕ ਇਜ਼ ਵੈਰੀ ਹਾਈ, ਠੀਕ ਹੈ। ਉਹ ਕੁਝ ਸਮੇਂ ਲਈ ਆਉਂਦੀ ਹੈ, ਜਿਵੇਂ ਮਾਈਗ੍ਰੇਨ ਤਾਂ 4-6 ਘੰਟੇ ਲਈ ਜਾਂ ਕਈ ਵਾਰੀ 24 ਘੰਟੇ ਵੀ ਰਹਿ ਸਕਦਾ ਹੈ। ਕਲਸਟਰ ਹੈਡੇਕਸ ਬਾਊਟਸ ਵਿੱਚ ਆਉਂਦਾ, ਪਲਸਿਸ, ਉਹ ਜਿਵੇਂ ਕਰੰਟ ਲੱਗਿਆ ਰਹਿ ਗਿਆ, ਉਹ ਕੀਪਸ ਔਨ ਹੈਪਨਿੰਗ, ਪੇਸ਼ੈਂਟ ਬਿਕਮਸ ਵੈਰੀ ਰੈਸਟਲੈਸ, ਕਈ ਕੇਸਿਸ 'ਚ ਸੁਸਾਈਡਲ ਤੱਕ ਹੋ ਜਾਂਦੇ ਨੇ, ਇੰਨਾ ਸਵੇਅਰ ਹੈਡੇਕ ਕਲਸਟਰ ਹੈਡੇਕ। ਬੜਾ ਸਿੰਪਲ ਜਿਹਾ ਇਲਾਜ ਹੈ, ਯੂ ਹੈਵ ਟੂ ਇਨਹੇਲ ਆਕਸੀਜਨ ਫॉर ਦੋਜ਼ ਕਾਈਂਡ ਆਫ ਹੈਡੇਕਸ। ਇਸ ਤੋਂ ਇਲਾਵਾ ਕੁਝ ਟੈਂਸ਼ਨ ਟਾਈਪ ਹੈਡੇਕ ਹੈ, ਜਿਵੇਂ ਸਿਰ ਦੇ ਪਿਛਲੇ ਪਾਸੇ ਕੰਟੀਨਿਊਸਲੀ ਦਰਦ ਬਣਿਆ ਰਹਿਣਾ, ਤੁਸੀਂ ਲੇਟਦੇ ਹੋ ਤਾਂ ਦਰਦ, ਤੁਸੀਂ ਬੈਠਦੇ ਹੋ ਤਾਂ ਦਰਦ। ਇਸ ਤੋਂ ਇਲਾਵਾ ਬਹੁਤ ਇੰਪੋਰਟੈਂਟ ਹੈ ਕਿ ਜਿਹੜਾ ਤੁਹਾਡਾ ਸਿਰ ਦਰਦ ਹੈ ਕੋਈ ਸੀਰੀਅਸ ਇਸ਼ੂ ਤਾਂ ਨਹੀਂ ਹੈ ਜੀ। ਜਿਵੇਂ ਮੈਂ ਤੁਹਾਨੂੰ ਦੱਸਿਆ, ਮਾਈਗ੍ਰੇਨ ਇਜ਼ ਨਾਟ ਅ ਲਾਈਫ ਥ੍ਰੈਟਨਿੰਗ ਡਿਸੀਜ਼, ਬਟ ਬਿਫੋਰ ਸੇਇੰਗ ਅ ਪੇਸ਼ੈਂਟ ਇਜ਼ ਸਫਰਿੰਗ ਫਰੋਮ ਮਾਈਗ੍ਰੇਨ ਵਿਚ ਇਜ਼ ਨਾਟ ਲਾਈਫ ਥ੍ਰੈਟਨਿੰਗ, ਦੇयर ਆਰ ਸਰਟਨ ਰੈੱਡ ਫਲੈਗਸ ਆਲਸੋ। ਕੁਝ ਸਿਰ ਦਰਦ ਕੁਝ ਹੋਰ ਬਿਮਾਰੀਆਂ ਦੇ ਵੀ ਇੰਡੀਕੇਸ਼ਨ ਹੋ ਸਕਦੇ ਨੇ, ਜਿਵੇਂ ਟਿਊਮਰ ਇਜ਼ ਵਨ ਆਫ them ਜੀ, ਠੀਕ ਹੈ। ਬ੍ਰੇਨ 'ਚ ਕਈ ਵਾਰੀ ਕਲੌਟਸ ਹੋਣ ਤਾਂ ਵੀ ਉਹ ਇੱਕ ਸਿਰ ਦਰਦ ਦੀ ਤਰ੍ਹਾਂ ਪ੍ਰੈਜ਼ੈਂਟ ਕਰ ਸਕਦੇ ਨੇ, ਬਟ ਉਹਦੇ ਕੁਝ ਰੈੱਡ ਫਲੈਗਸ ਹੁੰਦੇ ਨੇ। ਰੈੱਡ ਫਲੈਗਸ ਕਿਵੇਂ ਹੁੰਦੇ ਨੇ? ਮਰੀਜ਼ ਨੂੰ ਇੱਕ ਤਾਂ ਦੋ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ, ਡਬਲ ਦਿਖਣਾ, ਜਾਂ ਨਜ਼ਰ 'ਚ ਧੁੰਦਲਾਪਨ ਆ ਜਾਂਦਾ ਹੈ, ਜਾਂ ਕੁਝ ਹੋਰ ਚਿਹਰੇ ਤੇ ਟੇਢਾਪਨ ਆ ਗਿਆ, ਜਾਂ ਕੋਈ ਹੱਥ ਪੈਰ ਵਿੱਚ ਸੁੰਨਪਨ ਆ ਗਿਆ। ਤਾਂ ਥੀਸ ਆਰ ਦਾ ਯੂਜਲੀ ਰੈੱਡ ਫਲੈਗ ਸਾਈਨਸ। ਜੇ ਤੁਹਾਨੂੰ ਸਿਰ ਦਰਦ ਦੇ ਨਾਲ ਇੱਦਾਂ ਦੀ ਕੋਈ ਦਿੱਕਤ ਹੈ ਤਾਂ ਇਮੀਡੀਏਟਲੀ ਕਿਸੇ ਦਿਮਾਗ ਵਾਲੇ ਡਾਕਟਰ ਨੂੰ ਜਾਂ ਨਿਊਰੋਲੋਜਿਸਟ ਨੂੰ ਆਈ ਵੁੱਡ ਸੇ ਕੰਸਲਟ ਕਰੋ, ਸੋ ਦੈਟ it gets diagnosed and treated appropriately ਜੀ। ਸਰ ਮਾਈਗ੍ਰੇਨ ਦੇ ਵਿੱਚ ਘਰੇਲੂ ਨੁਸਖੇ ਕਿੰਨੇ ਕੁ ਕੰਮ ਆਉਂਦੇ ਨੇ? ਮਾਈਗ੍ਰੇਨ ਬੜੀ ਘਰੇਲੂ ਬਿਮਾਰੀ ਹੈ, ਘਰ ਵਿੱਚ ਹੈ, ਘਰ ਵਿੱਚ ਹੈ। ਜਿਵੇਂ ਮੈਂ ਦੱਸਿਆ 100 ਚੋਂ 15 ਜਾਂ 20 ਮਰੀਜ਼ ਲੋਕਾਂ ਨੂੰ ਅਸੀਂ ਆਸੇ-ਪਾਸੇ ਜੇ 100 ਲੋਕਾਂ ਨੂੰ ਆਪਾਂ ਸਰਵੇ ਕਰੀਏ ਤਾਂ ਵਿੱਚ 15 to 20 ਪੀਪਲ ਵਿਲ ਸੇ ਕਿ ਮੈਨੂੰ ਮਾਈਗ੍ਰੇਨ ਵਾਲੇ ਸਿਰ ਦਰਦ ਹੁੰਦੇ ਨੇ, ਜਿਹੜੇ ਅਸੀਂ ਲੱਛਣ ਦੱਸੇ ਨੇ। ਇਸ ਵਿੱਚ ਬੜਾ ਇੰਪੋਰਟੈਂਟ ਹੈ ਕਿ ਆਪਣੀ ਹਾਈਡਰੇਸ਼ਨ, ਅੱਜ ਕੱਲ੍ਹ ਗਰਮੀਆਂ ਨੇ, ਗਰਮੀਆਂ ਵਿੱਚ ਡੀਹਾਈਡਰੇਸ਼ਨ ਇਜ਼ ਵਨ ਆਫ ਦ very common trigger for migraines. Maintain your hydration, take appropriate sleep, ਤੇ ਕਦੀ ਖਾਲੀ ਪੇਟ ਨਹੀਂ ਰਹਿਣਾ। Fasting is a trigger for migraine. ਠੀਕ ਹੈ, ਧੁੱਪੇ ਨਿਕਲਦੇ ਹੋ, ਠੀਕ ਹੈ, to cover your face, ਠੀਕ ਹੈ, ਕਿਉਂਕਿ migraine people are very sensitive to sunlight, use goggles, ਹੈ ਨਾ, colored glasses use ਕਰੋ so that migraine ਨੂੰ trigger ਨਾ ਕਰਨ। ਦੂਸਰਾ ਅਦਰਕ ਵਾਲੀ ਚਾਹ, ਠੀਕ ਹੈ, ਮੋਸਟ ਪੀਪਲ ਵਿਲ ਸੇ ਕਿ ਜੇ ਮੈਂ ਚਾਹ ਨਹੀਂ ਪੀਂਦੀ ਹਾਂ ਤਾਂ ਮੈਨੂੰ ਮਾਈਗ੍ਰੇਨ ਦਾ ਦਰਦ ਹੋ ਜਾਂਦਾ ਹੈ। ਜੇ ਪੀਂਦੇ ਹੋ ਤਾਂ ਪੀਂਦੇ ਰਹੋ, ਚਾਹ ਦੇ ਸ਼ੌਕੀਨ ਤਾਂ ਕਹਿਣਗੇ ਹੀ, ਠੀਕ ਹੈ, ਜੇ ਪੀਂਦੇ ਹੋ ਤਾਂ ਡੋਂਟ ਟਰਾਈ ਟੂ ਸਕਿਪ ਜੀ, ਹੈ ਨਾ, ਕਿ ਅਸੀਂ ਕਰਕੇ ਦੇਖੀਏ ਕੀ ਹੁੰਦਾ ਹੈ, ਠੀਕ ਹੈ। ਬਾਕੀ ਜੇ ਫ੍ਰੀਕੁਐਂਸੀ ਬਹੁਤ ਜ਼ਿਆਦਾ ਹੈ, ਜਿਵੇਂ ਮੈਂ ਪਹਿਲਾਂ ਦੱਸਿਆ, ਜੇ ਮਹੀਨੇ 'ਚ ਤੁਹਾਡੀ 4 ਤੋਂ 5 ਛੁੱਟੀਆਂ ਹੋ ਰਹੀਆਂ ਨੇ ਸਿਰ ਦਰਦ ਲਈ,
ਉਹ ਫਿਰ ਤੁਹਾਨੂੰ ਨਿਊਰੋਲੋਜਿਸਟ ਜਾਂ ਕਿਸੇ ਡਾਕਟਰ ਨੂੰ ਦਿਖਾਉਣ ਦੀ ਲੋੜ ਹੈ ਸੋ ਦੈਟ ਤੁਸੀਂ ਫਿਰ ਆਪਣਾ ਪ੍ਰੋਪਰ ਟ੍ਰੀਟਮੈਂਟ ਕਰਾ ਸਕੋ। ਸਰ ਆਪਣੇ ਲਾਈਫਸਟਾਈਲ ਦੀ ਗੱਲ ਕਰੀਏ, ਸੋ ਵਾਟ ਰੋਲ ਲਾਈਫਸਟਾਈਲ ਇਜ਼ ਪਲੇਇੰਗ ਇਨ ਐਗਜ਼ੈਜਰੇਟਿੰਗ ਦਿਸ ਨਿਊਰੋਲੋਜੀਕਲ ਡਿਸਆਰਡਰਸ? Majority of the diseases these days are lifestyle disorders. ਓਕੇ। ਮਾਈਗ੍ਰੇਨ ਦਾ ਮੈਂ ਤੁਹਾਨੂੰ ਦੱਸਿਆ, ਸਲੀਪ ਸਾਈਕਲ ਡਿਸਟਰਬ ਹੋਇਆ ਪਿਆ, nobody is sleeping at night, है ना, मोबाइल्स स्क्रीन टाइम बहुत ज़्यादा यूज़ हो गया है ना, बहुत यूज़ हो रहा है, रात ਨੂੰ ਸਲੀਪ ਸਾਈਕਲ 1-2 ਵਜੇ ਤੱਕ ਤਾਂ ਅੱਜਕੱਲ ਰੂਟੀਨ ਹੈ, ਠੀਕ ਹੈ। ਤਾਂ these are the things, ਜਿਵੇਂ ਮੈਂ ਕਿਹਾ ਮਾਈਗ੍ਰੇਨ ਪੇਸ਼ੈਂਟਸ ਦਾ ਬ੍ਰੇਨ ਇਜ਼ ਵੈਰੀ ਸੈਂਸਿਟਿਵ ਟੂ ਚੇਂਜਸ ਇਨ এনवायरमेंट। ਤੇ ਤੁਸੀਂ ਜਦੋਂ ਵੀ ਸਕਰੀਨ ਟਾਈਮ इंक्रीज करते हो या अपना स्लीप साइकिल डिस्टर्ब करते हो तो फ्रीक्वेंसी ऑफ दीज हेडेक्स इंक्रीजेस। जी। सेम गोज विद द एपिलेप्सी पेशेंट्स। एपिलेप्सी पेशेंट्स विच भी स्लीप इज़ वेरी इंपॉर्टेंट। उन्हां विच भी दौरे का खतरा उदों वध जांदा है जदों नींद पूरी नहीं लैंदे, या स्क्रीन टाइम उन्हां दा भी बहुत एग्जैजरेट हो जाता है, या जो अपना एक मैंटल हैल्थ अफेक्ट कर होना शुरू हो जाता है जे इफ यू डोंट मूव अराउंड, कोई वॉक नहीं करना, कोई एक्सरसाइज नहीं है, ठीक है। दीज आर द थिंग्स दैट प्रमोट योर हेल्थ। तो इट इज़ इक्वली एप्लीकेबल टू न्यूरोलॉजिकल डिसऑर्डर्स ऑल्सो। ठीक है। कमिंग टू स्ट्रोक, स्ट्रोक इज़ जस्ट लाइक हार्ट अटैक। जिमें हार्ट अटैक वाले पेशेंट्स नूं क्या जांदा है कि अपना शुगर, अपना बीपी, अपना मोटापा कंट्रोल विच रखो, उस तरह ही स्ट्रोक वाले मरीज़ नूं अपना शुगर, बीपी और अपना मोटापा कंट्रोल विच रखने की ज़रूरत है सो दैट इन्हां नूं बार बार ना होए। जी सर, स्लीपिंग डिसऑर्डर्स की तुसी गल कीती, उन्हां केसेस दे विच स्लीपिंग पिल्स या ट्रैंकुलाइजर्स लेना कितना क जायज़ आ ते किस हद तक? खुद लेना तो गलत है। जे किसी डॉक्टर की प्रिस्क्रिप्शन है तो ही माइट हैव सीन सम इंडिकेशन, ठीक है। जे डॉक्टर दे रहे हैं तो द वे ही हैज़ प्रिस्क्राइब्ड सिर्फ उदा ही लो। अपने आप ट्राई करना, यूजली ओवर द काउंटर अवेलेबल नहीं है ट्रैंकुलाइजर्स, पर इंडिया विच कुछ ना कुछ जुगाड़ लगा के बंदोबस्त हो जाता है। इफ़ यू आर टेकिंग विदाउट सुपरविजन देयर इज़ अ चांस कि तुसी एडिक्ट हो जाओगे उन्होंने, ठीक है। विदाउट दैट हौली हौली टॉलरेंस डेवलप हो जाएगी और उस तो बिना नींद आनी तुहानू बंद हो जाएगी। ये मिथ नहीं हैगा कि जे स्लीपिंग पिल्स लो तो उहदी आदत पै जाती है, जे विदाउट सुपरविजन लो, ओके, ठीक है, बिकॉज यू डोंट नो हाउ टू टेक इट ना। देयर इज़ अ मेथड ऑफ प्रिस्क्राइबिंग स्लीपिंग पिल्स एंड देयर इज़ अ मेथड ऑफ डी प्रिस्क्राइबिंग, जी, ठीक है। कुछ समय लिए कई बार देनी भी पैंदी है, बट वो डॉक्टर नोज बेटर, जी, ठीक है। इफ़ वी आर यूजिंग इट ऑन आवर ओन, इफ़ यू हैव स्टार्टेड यूजिंग अ स्लीपिंग पिल, what your purpose is to get sleep, but हौली हौली टॉलरेंस डेवलप हो जाती है, then you start increasing the dose, ठीक है, फिर हौली हौली बढ़ता जाता है। it leads to kind of psychological addiction also, not always the physical one but psychological। so being a doctor मेरी सिर्फ सलाह है कि स्लीपिंग पिल्स लेना कोई बुरी गल नहीं, बट विदाउट सुपरविजन लेना इज़ अ हार्मफुल थिंग, बिकॉज एवरीबडी नीड्स स्लीप। Sleep is like recharging yourself at night. तो if you are not having a proper sleep, ਤੁਹਾਡੀ ਪੂਰੇ ਦਿਨ ਦੀ ਐਕਟੀਵਿਟੀਜ਼ ਖਰਾਬ ਹੋ ਰਹੀਆਂ ਨੇ, ਤੁਹਾਡੀ ਪ੍ਰੋਡਕਟਿਵਿਟੀ ਲॉस्ट ਹੋ ਰਹੀ ਹੈ। तो being a doctor, we treat sleep disorders, we prescribe whenever required, but there are other methods also. Other methods ਕੀ ਨੇ अच्छी sleep ਲੈਣ ਦੇ? If you are fond of tea, coffee, do not take it after 5 p.m. Okay. If you are using screen after 9 p.m, avoid it। ਜੇ ਤੁਹਾਨੂੰ ਬੁੱਕ ਰੀਡਿੰਗ ਦਾ ਸ਼ੌਂਕ ਹੈ ਤਾਂ ਆਫਟਰ 9 p.m ਯੂ ਡੂ ਬੁੱਕ ਰੀਡਿੰਗ, ਜਾਂ ਇੱਕ ਲੂਕ ਵਾਰਮ ਵਾਟਰ ਨਾਲ ਇੱਕ ਬਾਥ ਲਓ, ਠੀਕ ਹੈ। these are the sleep hygiene measures which will help you get better sleep। ਇਸ ਤੋਂ ਇਲਾਵਾ use bedroom, don't have TV in your bedroom, ठीक है। use bedroom for only sleeping, not for other activities like watching television, ਤੁਸੀਂ ਉੱਥੇ ਬੈਠ ਕੇ ਖਾਣਾ ਖਾ ਰਹੇ ਹੋ, ठीक है। तो don't do that, so that एक environment maintained रहे, and don't consume coffee, tea and after 5 p.m and screen after 9 p.m। so these are the sleep hygiene measures। ਇਸ ਤੋਂ ਇਹਦੇ ਨਾਲ ਤੁਹਾਨੂੰ ਆਪੇ sleeping pills ਲੈਣ ਦੀ ਲੋੜ ਨਹੀਂ ਪਏਗੀ। ਜੇ ਇਸ ਤੋਂ ਬਾਅਦ ਵੀ ਪੈ ਰਹੀ ਹੈ ਤੇ ਫਿਰ then you need to consult a doctor। सर आखिरी सवाल,
ਸਾਡੇ ਵਿਊਅਰਸ ਦੇ ਵਿੱਚ ਕਿਸੇ ਨੇ ਵੀ ਨਿਊਰੋਲੋਜੀਕਲ ਡਿਸਆਰਡਰ ਡਾਇਗਨੋਸ ਕਰਨ ਲਈ ਨਿਊਰੋਲੋਜਿਸਟ ਨੂੰ ਮਿਲਣਾ ਹੈ ਤਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ ਹੈ, ਜੋ ਚੀਜ਼ਾਂ ਡਾਕਟਰ ਨੂੰ ਦੱਸਣੀ ਬਹੁਤ ਜ਼ਰੂਰੀ ਹੈ, ਇੰਕਲੂਡਿੰਗ ਪਾਸਟ ਹਿਸਟਰੀ, ਸਿੰਪਟਮਸ ਐਂਡ ਆਲ? ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਕਿਸ ਪਰਪਸ ਲਈ ਤੁਸੀਂ ਨਿਊਰੋਲੋਜਿਸਟ ਨੂੰ ਕੰਸਲਟ ਕਰਨਾ ਚਾਹੁੰਦੇ ਹੋ। ਮੋਸਟ ਕਾਮਨ ਵੀ ਸੀ ਕਿ ਨਿਊਰੋਲੋਜਿਸਟ ਨੂੰ ਕੰਸਲਟ ਕਰਨ ਦਾ ਜਾਂ ਤਾਂ ਐਪੀਲੈਪਸੀ ਹੈ ਜਾਂ ਮਾਈਗ੍ਰੇਨ ਹੈ ਜਾਂ ਸਟ੍ਰੋਕ ਹੈ। तो whenever you go to a neurologist for epilepsy suppose, ਤੁਹਾਨੂੰ ਬਹੁਤ ਜ਼ਰੂਰੀ ਹੈ ਦੱਸਣਾ ਕਿ ਜ਼ਿੰਦਗੀ 'ਚ ਪਹਿਲੀ ਵਾਰੀ ਦੌਰਾ ਕਦੋਂ ਆਇਆ ਸੀ ਮਰੀਜ਼ ਨੂੰ, ਠੀਕ ਹੈ। ਉਸ ਤੋਂ ਬਾਅਦ ਉਹਨੇ ਕਿਹੜੀ ਦਵਾਈਆਂ ਲੈ ਚੁੱਕਿਆ ਹੈ। ਕਈ ਵਾਰੀ ਕੋਈ ਮਰੀਜ਼ ਆਉਂਦਾ ਹੈ ਕਹਿੰਦਾ ਸਭ ਬੜੀ ਦੇਰ ਤੋਂ ਆਉਂਦੇ ਨੇ, ਕਿਹੜੀ ਦਵਾਈ, ਕਿਉਂਕਿ ਬੀਇੰਗ ਅ ਨਿਊਰੋਲੋਜਿਸਟ ਵੀ ਹੈਵ ਟੂ ਪ੍ਰਿਸਕ੍ਰਾਈਬ ਮੈਡੀਸਿਨਸ। ਜੇ ਤੁਸੀਂ ਆਲਰੇਡੀ ਕੁਝ ਮੈਡੀਸਿਨਸ ਟਰਾਈ ਕਰ ਚੁੱਕੇ ਹੋ ਜਿਹਦੇ ਨਾਲ ਤੁਹਾਡਾ ਕੰਟਰੋਲ ਨਹੀਂ ਹੈ ਤਾਂ ਡਰਗ ਹਿਸਟਰੀ ਇਜ਼ ਵੈਰੀ ਇੰਪੋਰਟੈਂਟ। ਠੀਕ ਹੈ, ਡਰਗ ਹਿਸਟਰੀ ਤੁਸੀਂ ਕਿਹੜੀ ਦਵਾਈਆਂ ਲਈਆਂ ਪਾਸਟ ਵਿੱਚ, that needs to be told to the doctor so that he does not get to those again ਜਿਹੜੀਆਂ ਤੁਹਾਡੇ ਤੇ ਆਲਰੇਡੀ ਕੰਮ ਨਹੀਂ ਕੀਤੀਆਂ ਨੇ। Also if you are consulting a doctor for a migraine, then you need to have a clear cut ਕਹਿੰਦੇ recordings ਜੀ, ਕਿ ਤੁਹਾਡੇ headaches ਕਿੰਨਾ ਦਿਨ ਖਰਾਬ ਕਰ ਰਹੇ ਨੇ ਤੁਹਾਡੇ, because that will decide the treatment। ਠੀਕ ਹੈ, ਕਿ ਜੇ ਤੁਹਾਡੇ 5-7 ਦਿਨ ਖਰਾਬ ਹੋ ਰਹੇ ਨੇ ਤਾਂ ਡਾਕਟਰ ਹੈਜ਼ ਟੂ ਟ੍ਰੀਟ ਯੂ ਡਿਫਰੈਂਟਲੀ ਐਜ਼ ਕੰਪੇਅਰ ਟੂ ਇਫ ਯੂ ਆਰ ਹੈਵਿੰਗ ਅ ਵਨ ਹੈਡੇਕ ਇਨ 2 months or 3 months, ਠੀਕ ਹੈ। ਟੂ ਪ੍ਰਿਸਕ੍ਰਾਈਬ, ਟੂ ਅਵੋਇਡ prescribed unnecessary medications, these are important things that you keep a chart whatever is happening to you। ਬਹੁਤ ਧੰਨਵਾਦ ਤੁਹਾਡਾ ਸਰ। ਆਈ ਹੋਪ ਦਿਸ ਵਿਲ ਹੈਲਪ ਆਵਰ ਵਿਊਅਰਸ ਟੂ ਕੰਪਰੀਹੈਂਡ ਦ ਸਿਚੁਏਸ਼ਨ। ਮੇਰੇ ਤਾਂ ਕਾਫੀ ਡਾਊਟਸ ਕਲੀਅਰ ਹੋਏ ਨੇ। Thank you so much for coming, sir. Thank you ji, thank you so much for calling me here. Thank you so much, sir. ਸੋ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ, ਚਰਚਾ ਕਰਾਂਗੇ, ਡਿਸਕਸ ਕਰਾਂਗੇ ਨਵੇਂ ਹੈਲਥ ਇਸ਼ੂ ਨੂੰ। ਉਦੋਂ ਤੱਕ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਸਤਿ ਸ਼੍ਰੀ ਅਕਾਲ।